जी सत श्री अकाल जी सारिਆਂ ਨੂੰ ਸਾਰੇ ਮੇਰੇ ਬਜ਼ੁਰਗਾਂ ਵੀਰਾਂ ਭੈਣਾਂ ਸਾਰਿਆਂ ਨੂੰ मेरे ਵੱਲੋਂ यानी ਪ੍ਰਿਤਪਾਲ ਵੱਲੋਂ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ। ਅੱਜ ਦਾ ਮੇਰਾ ਜਿਸ ਤਰ੍ਹਾਂ ਕਿ ਮੈਂ 15 ਦਿਨਾਂ ਬਾਅਦ ਸਿੰਗਲ ਲਾਈਵ ਕਰਦੀ ਹਾਂ, ਪਰ ਅੱਜ ਅਸੀਂ ਆਪਣੀ ਸਿੰਗਲ ਦੇ ਵਿੱਚ ਡਬਲ ਹੋ ਗਿਆ, ਨਾਲ ਲੈ ਕੇ ਆਏ ਆ ਡਾਕਟਰ ਰੋਜ਼ और डॉक्टर रोज जिन्हों जो कि ਅਸੀਂ ਗੱਲਬਾਤ ਕਰਾਂਗੇ। ਵਿਸ਼ਾ ਤਾਂ ਸਾਡਾ ਸੀਗਾ ਅੰਧ ਵਿਸ਼ਵਾਸ, ਪਰ ਅਸੀਂ ਨਾਰਮਲ ਡਿਸਕਸ਼ਨ ਹੀ ਕਰਾਂਗੇ ਅੰਧ ਵਿਸ਼ਵਾਸ ਨੂੰ ਲੈ ਕੇ, ਸਮਾਨਤਾ ਨੂੰ ਲੈ ਕੇ ਤੇ ਕੁਝ ਜੋ ਸਾਡੇ ਸਮਾਜ ਦੇ ਵਿੱਚ ਭਰਮ ਫੈਲੇ ਹੋਏ ਹਨ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਅਫਵਾਹਾਂ, ਉਹਨਾਂ ਨੂੰ ਲੈ ਕੇ। ਸੋ ਡਾਕਟਰ ਰੋਜ਼ ਜੀ welcome है ਤੁਹਾਡਾ ਪ੍ਰੀਤਨਾਮਾ ਦੇ ਮੰਚ ਤੇ। ਥੈਂਕ ਯੂ ਸੋ ਮਚ ਫॉर ਜੁਆਇਨ ਮੀ ਟੁਡੇ। ਸੋ ਅਸੀਂ ਗੱਲਬਾਤ ਕਰਾਂਗੇ ਅੱਜ। ਮੈਂ ਦੱਸ ਹੀ ਦਿੱਤਾ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਜਰਾ ਹਾਜ਼ਰੀ ਲਵਾ ਦਿਓ ਵੀ ਤੁਸੀਂ ਵਾਕਿਆ ਸੁਣ ਰਹੇ ਹੋ ਨਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਾਡਾ ਜੀ ਆਵਾਜ਼ ਆ ਰਹੀ ਹੈ? ਆ ਰਹੀ ਮੇਰੀ? ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਾਡਾ ਪ੍ਰੀਤ ਜੀ ਆਵਾਜ਼ ਆ ਰਹੀ ਮੇਰੀ? ਹਾਂਜੀ 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 ਰੋਜੀ ਆਵਾਜ਼ ਆ ਰਹੀ ਹੈ ਤੁਹਾਡੀ। ਆ ਰਹੀ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਾਡਾ ਪ੍ਰੋਗਰਾਮ ਦੇਖਣ ਵਾਲਿਆਂ ਨੂੰ, ਔਰ ਪ੍ਰੀਤ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਪਹਿਲਾਂ ਤਾਂ ਅਧਿਕਾਰ ਤੋਂ, ਸਮਾਨਤਾ ਦੇ ਅਧਿਕਾਰ ਤੋਂ। ਰੋਜੀ ਥੋੜੀ ਜਿਹੀ ਨਾ ਆਵਾਜ਼ ਦੀ ਮੈਨੂੰ ਪ੍ਰੋਬਲਮ ਨਜ਼ਰ ਆ ਰਹੀ ਹੈ, ਤੇ ਮੇਰੀ ਆਵਾਜ਼ ਨਾ ਆਏ ਤਾਂ ਪਲੀਜ਼ ਮੈਨੂੰ ਲੈਟ ਮੀ ਨੋ। ਤੇ ਜਿੰਨੇ ਵੀ ਮੇਰੇ ਵੀਰ ਭੈਣਾਂ ਦੇਖ ਰਹੇ ਨੇ, ਪਲੀਜ਼ ਮੈਨੂੰ ਇੱਕ ਵਾਰੀ ਕਨਫਰਮ ਕਰ ਦੇਣਾ ਕਮੈਂਟ ਕਰਕੇ ਕਿ ਆਵਾਜ਼ ਆ ਰਹੀ ਹੈ ਜਾਂ ਨਹੀਂ, ਕਿਉਂਕਿ ਅੱਜ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਵਿੱਚ। ਸੋ ਰੋਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਮੈਂ ਤੁਹਾਨੂੰ ਸੁਣ ਪਾ ਰਹੀ ਹਾਂ, ਤੁਹਾਡੀ ਆਵਾਜ਼ ਆਂਦੀ ਹੈ, ਪਰ ਜਦੋਂ ਮੈਂ ਬੋਲਦੀ ਹਾਂ ਤੇ ਮੇਰੀ ਜਿਹੜੀ ਆਵਾਜ਼ ਹੈ ਉਹ ਰਿਪੀਟ ਹੋ ਕੇ ਆਂਦੀ ਹੈ। ਅੱਛਾ ਚਲੋ, ਥੋੜੀ ਦੇਰ ਤੱਕ ਛੱਡੀ ਹੋਈ, ਕੁਝ ਟੈਕਨੀਕਲ ਪ੍ਰੋਬਲਮ ਜੀ ਆ ਰਹੀ ਹੈ। ਤੇ ਗੱਲਬਾਤ ਅਸੀਂ ਸ਼ੁਰੂਆਤ ਕਰਦੇ ਹਾਂ ਸਮਾਨਤਾ ਤੋਂ। ਜੀ ਜਿਵੇਂ ਕਿ ਸਾਡੇ ਭਾਰਤ ਨੂੰ ਸਾਡੇ ਭਾਰਤ ਨੂੰ ਕਿਹਾ ਜਾਂਦਾ ਹੈ ਕਿ ਇੱਕ ਸਮਾਨਤਾ ਪ੍ਰਧਾਨ ਦੇਸ਼ ਹੈ। ਇੱਥੇ ਇਕੁਐਲਿਟੀ ਹੈ, ਸਭ ਧਰਮ ਬਰਾਬਰ ਹਨ, ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੈ। ਐਵਰੀਬਾਡੀ ਨੋਜ਼ ਦਿਸ। ਅਸੀਂ ਨਾ ਸ਼ੁਰੂ ਤੋਂ ਹੀ ਛੋਟੇ, ਆਈ ਥਿੰਕ ਚੌਥੀ ਪੰਜਵੀਂ ਕਲਾਸ ਤੋਂ ਹੀ ਇੰਡੀਆ ਦੇ ਵਿੱਚ ਨਾਗਰਿਕ ਸ਼ਾਸਤਰ ਸ਼ੁਰੂ ਹੋ ਜਾਂਦਾ ਹੈ, ਜਿਹਦੇ ਵਿੱਚ ਇੱਕ ਲੈਸਨ ਰੱਟੇ ਮਾਰ ਮਾਰ ਕੇ ਪੜ੍ਹਾਇਆ ਜਾਂਦਾ ਹੈ, ਸਮਾਨਤਾ। ਸਮਾਨਤਾ ਮਤਲਬ ਕਿ ਇਕੁਐਲਿਟੀ ਹੈ, ਕਿਸੇ ਵੀ ਜਾਤ ਧਰਮ ਨੂੰ ਲੈ ਕੇ, ਮਜ਼ਹਬ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕਿਸੇ ਦੇ ਨਾਲ ਵੀ। ਤੇ ਉੱਥੇ ਹੀ ਸਰਕਾਰ ਜਿਹੜੀ ਹੈ ਆਪ ਹੀ ਭੇਦਭਾਵ ਸਟਾਰਟ ਕਰ ਦਿੰਦੀ ਹੈ। ਉਹ ਕਿਸ ਤਰ੍ਹਾਂ? ਕੋਟਵਾ ਰੱਖ ਕੇ, ਕੋਟਾ ਰੱਖ ਕੇ, ਰਾਖਵਾਂ ਕੋਟਾ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ, ਰਾਖਵਾਂ ਕੋਟਾ ਰੱਖ ਕੇ ਆਪ ਹੀ ਉਹ ਵਿਤਕਰਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਇਹ ਨਹੀਂ ਕਹਿੰਦੀ ਇਸ, ਅਗਰ ਭਾਰਤ ਦੇ ਵਿੱਚ ਸਾਰੀਆਂ ਜਾਤਾਂ ਹੀ ਬਰਾਬਰ ਹਨ, ਹਿੰਦੂ ਮੁਸਲਿਮ ਸਿੱਖ ਛੋਟੀ ਵੱਡੀ ਕੋਈ ਜਾਤ ਹੀ ਨਹੀਂ, ਇੱਕ ਬਰਾਬਰ ਹਨ, ਤਾਂ ਉੱਥੋਂ ਦੀ ਸਰਕਾਰ ਰਾਖਵਾਂ ਕੋਟਾ ਕਿਉਂ ਰੱਖਦੀ ਹੈ? ਰਾਖਵਾਂ ਕੋਟਾ ਕਿਸ ਦੇ ਲਈ ਰੱਖਣਾ ਚਾਹੀਦਾ? ਧਰਮ ਦੇ ਆਧਾਰ ਤੇ,
ਜਾਂ ਯੋਗਤਾ ਦੇ ਆਧਾਰ ਤੇ। ਪਿੱਛੇ ਮੈਂ ਇੱਕ ਬੜੀ ਵੱਡੀ ਨਿਊਜ਼ ਸੁਣੀ ਹੈ, ਸਾਰਿਆਂ ਨੇ ਸੁਣੀ ਹੈ ਤੇ ਮੈਂ ਸ਼ੇਅਰ ਵੀ ਕੀਤੀ ਸੀ ਕਿ ਕ੍ਰਿਕਟ ਦੇ ਵਿੱਚ ਸਚਿਨ ਦੇ ਲੜਕੇ ਨੂੰ ਲਿਆ ਗਿਆ ਤੇ ਇੱਕ ਕਾਬਲ ਬੱਚਾ ਜਿਹੜਾ ਹੈਗਾ, ਬਹੁਤ ਹੀ ਕਾਬਲ ਹੋਣਹਾਰ ਵਿਦਿਆਰਥੀ ਸੀਗਾ ਜਿਹੜਾ ਕ੍ਰਿਕਟ ਦਾ, ਤੇ ਉਹਨੂੰ ਇਗਨੋਰ ਕਰ ਦਿੱਤਾ ਗਿਆ। ਵੈਰੀ ਸੈਡ। ਸੀ ਇੱਥੇ ਸਮਾਨਤਾ ਦਾ ਕਾਨੂੰਨ ਖਤਮ ਹੋ ਕੇ ਪੈਸੇ ਦਾ ਕਾਨੂੰਨ ਆ ਜਾਂਦਾ ਹੈ। ਦੂਸਰੀ ਗੱਲ, ਭਾਰਤ ਦੇ ਵਿੱਚ ਜਿਹਨੂੰ ਭਾਰਤ ਵਿੱਚ ਉੱਚ ਜਾਤੀ ਕਿਹਾ ਜਾਂਦਾ ਹੈ, ਉਹਨਾਂ ਉੱਚ ਜਾਤੀਆਂ ਦੇ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਰੋਟੀ ਤੋਂ ਮੁਹਤਾਜ ਹਨ, ਜੋ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਨਹੀਂ ਸਕਦੇ ਹਨ, ਪਰ ਉਹਨਾਂ ਲਈ ਕੋਈ ਰਾਖਵਾਂ ਕੋਟਾ ਨਹੀਂ ਹੈ। ਉੱਥੇ ਹੀ ਜਿਨ੍ਹਾਂ ਲਈ ਰਾਖਵਾਂ ਕੋਟਾ ਹੈ, ਇੰਡੀਅਨ ਗਵਰਨਮੈਂਟ ਕਹਿੰਦੀ ਹੈ ਕਿ ਗਰੀਬ ਲੋਕ ਹਨ, ਛੋਟੀ ਜਾਤ ਦੇ ਲੋਕ ਹਨ, ਪਰ ਉਹਨਾਂ ਜਾਤੀਆਂ ਦੇ ਵਿੱਚ ਕੁਝ ਲੋਕ ਜਿਹੜੇ ਹਨ ਮਿਲੀਅਨਰ ਹਨ, ਰਿਚ ਹਨ, ਪੂਰੇ ਹਾਈ ਸਟੈਂਡਰਡ, ਉਹਨਾਂ ਨੂੰ ਖਾਣਾ ਪੀਣਾ ਵੀ ਦੀ ਸਹੂਲਤ ਵੀ ਹੈ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਵੀ ਰਾਖਵਾਂਕਰਨ ਮਿਲਦਾ ਹੈ, ਉਹਨਾਂ ਨੂੰ ਰਿਜ਼ਰਵ ਸੀਟ ਮਿਲਦੀ ਹੈ ਨੌਕਰੀ ਦੇ ਵਿੱਚ। ਸੋ ਰੋਜੀ, ਮੈਂ ਇਸ ਮਾਮਲੇ ਤੇ ਤੁਹਾਡੇ ਵੀ ਵਿਚਾਰ ਜਾਣਨਾ ਚਾਹਾਂਗੀ ਕਿ ਰਾਖਵਾਂ ਕੋਟਾ ਜਿਹੜਾ ਹੈਗਾ, ਸਮਾਨਤਾ ਦਾ ਕਾਨੂੰਨ ਉੱਥੇ ਆ ਕੇ ਖਤਮ ਹੋ ਜਾਂਦਾ ਹੈ, ਤਾਂ ਫਿਰ ਉੱਥੇ ਸਮਾਨਤਾ ਕਿੱਥੋਂ ਰਹਿ ਜਾਂਦੀ ਹੈ ਜਦੋਂ ਤੁਸੀਂ ਧਰਮ ਦੇ ਨਾਮ ਤੇ ਰਾਖਵਾਂ ਕਰਦੇ ਹੋ। ਇੱਕ ਹੋਣਹਾਰ ਵਿਦਿਆਰਥੀ ਨੂੰ, ਹੋਣਹਾਰ ਬੱਚੇ ਨੂੰ ਕੋਈ ਜੌਬ ਨਹੀਂ ਮਿਲਦੀ, ਕੁਝ ਨਹੀਂ ਮਿਲਦਾ, ਉਹਨੂੰ ਇਹ ਕਹਿ ਕੇ ਕਿ ਉੱਚ ਜਾਤੀ ਹੈ, ਤੇ ਗਰੀਬ ਬੱਚਾ, ਗਰੀਬ ਜਿਹਨੂੰ ਤੁਸੀਂ ਗਰੀਬ ਕਹਿੰਦੇ ਹੋ, ਉਹ ਮਿਲੀਅਨਰ ਹੁੰਦਾ ਹੈ, ਉਹ ਪੂਰਾ ਰਿਚ ਹੁੰਦਾ ਹੈ, ਲੇਕਿਨ ਉਹਨੂੰ ਫਿਰ ਵੀ ਰਾਖਵਾ ਕੋਟਾ ਮਿਲਦਾ ਹੈ, ਉਹਨੂੰ ਫਿਰ ਵੀ ਜੋਬ ਨਹੀਂ ਮਿਲਦੀ ਹੈ, ਉਹਨੂੰ ਹਰ ਚੀਜ਼ ਦੇ ਵਿੱਚ ਪਹਿਲ ਦਿੱਤੀ ਜਾਂਦੀ ਹੈ, ਤਾਂ ਉੱਥੇ ਤਾਂ ਸਮਾਨਤਾ ਖਤਮ ਹੋ ਜਾਂਦੀ ਹੈ। ਤੇ ਤੁਸੀਂ ਆਪਣੇ ਵਿਚਾਰ ਦੱਸੋ ਇਸ ਬਾਰੇ ਕਿ ਇਹ ਸਹੀ ਹੈ? ਹਾਂਜੀ, ਮੇਰੇ ਵਿਚਾਰ ਇਦਾਂ ਹੈ ਜੀ ਕਿ ਜਿਹੜਾ ਰਾਖਵੇਂ ਕੋਟੇ ਦੀ ਤੁਸੀਂ ਗਵਰਨਮੈਂਟ ਵਾਲੀ ਸਾਈਡ ਦੀ ਗੱਲ ਕੀਤੀ ਹੈ, ਉਹ ਇਵੇਂ ਹੈਗਾ ਹੈ ਕਿ ਪਹਿਲਾਂ ਗਵਰਨਮੈਂਟ ਤੋਂ ਪਹਿਲਾਂ ਜਿਹੜਾ ਆਪਣਾ ਸਮਾਜ ਹੈ ਨਾ, ਉਹ ਸਮਾਜ ਨੂੰ ਇਕੱਠੇ ਹੋਣਾ ਪੈਣਾ ਆ ਤੇ ਗਵਰਨਮੈਂਟ ਦਾ ਮਿਸਯੂਜ਼ ਨਾ ਕਰ ਸਕੇ। ਇਸ ਲਈ ਆਪਣੇ ਸਮਾਜ ਵਿੱਚੋਂ, ਆਪਣੇ ਪਿੰਡ ਵਿੱਚੋਂ, ਆਪਣੇ ਸ਼ਹਿਰ ਵਿੱਚੋਂ, ਆਪਣੇ ਨੇਬਰਹੁੱਡ ਵਿੱਚੋਂ ਸਾਨੂੰ ਇਹ ਚੀਜ਼ ਖਤਮ ਕਰਨੀ ਪੈਣੀ ਆ ਕਿ ਭਈ ਇਹ ਇੱਕ ਗਰੀਬ ਬੰਦਾ ਹੈ, ਨੀਚੀ ਜਾਤੀ ਦਾ ਬੰਦਾ ਆ ਇੱਕ ਉੱਪਰ ਜਾਤੀ ਦਾ ਬੰਦਾ ਆ। ਉੱਥੇ ਇੰਡੀਆ ਦੇ ਵਿੱਚ ਮੈਨੂੰ ਤਾਂ ਹੁਣ ਕਾਫੀ ਸਮਾਂ ਹੋ ਗਿਆ ਇੱਥੇ ਆਇਆ ਨੂੰ, ਪਰ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਆਪਾਂ ਦੇਖਦੇ ਸੀਗੇ ਕਿ ਕਹਿੰਦੇ ਸੀਗੇ ਕਿ ਸੌਰੀ, ਮੈਂ ਸਿੱਖ ਜੱਟ ਧਰਮ ਨਾਲ ਬਿਲੋਂਗ ਕਰਦੀ ਤੇ ਤਾਂ ਕਰਕੇ ਉੱਥੇ ਮੈਨੂੰ ਸ਼ਾਇਦ ਇਹ ਗੱਲਾਂ ਦੇਖਣ ਨੂੰ ਮਿਲੀਆਂ। ਕਹਿੰਦੇ ਸੀ ਕਿ ਭਈ ਤਰਖਾਣ ਆਊਗਾ ਤੇ ਆਣ ਕੇ ਮੰਮੀ ਕਹਿੰਦੇ ਸੀ ਕਿ ਉਹ ਆਪਣੇ ਜੋ ਵੀ ਮੰਜਾ ਪੀੜੀ ਆ ਉਹ ਠੀਕ ਕਰੂਗਾ, ਜੇ ਕਰਨ ਵਾਲਾ ਬਣਾਉਣ ਵਾਲਾ ਤੇ ਬਣਾਊਗਾ, ਕੋਈ ਦਰਵਾਜ਼ੇ ਬਣਾਊਗਾ, ਔਰ ਏਦਾਂ ਦੀ ਕੋਈ ਲੋਹਾਰ ਹੋਊਗਾ ਤੇ ਉਹ ਤੁਹਾਡੇ ਮੇਰੇ ਖਿਆਲ ਜਿਹੜੇ ਕੋਈ ਲੋਹੇ ਦੇ ਕੰਮ ਹੈ ਉਹ ਕਰੂਗਾ। ਮਤਲਬ ਕੁਛ ਏਦਾਂ ਦੀਆਂ ਜਾਤੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਵਿੱਚ ਆਪਾਂ ਆਪ ਹੀ ਪਹਿਲਾਂ ਵੰਡੀਆਂ ਇਹ ਸਮਾਜ ਨੇ। ਬਈ ਜਿਹੜਾ ਛੋਟਾ ਹੈਗਾ ਆ, ਫਿਰ ਅੱਛਾ, ਫਿਰ ਇੱਕ ਹੋਰ ਵੀ ਗੱਲ ਦੇਖਣ ਨੂੰ ਮਿਲਦੀ ਸੀ ਕਿ ਜਦੋਂ ਕਈ ਘਰਾਂ ਦੇ ਵਿੱਚ ਮੈਂ ਏਦਾਂ ਦੇਖਦੀ ਸੀ ਆਪਣੇ ਬਚਪਨ ਦੇ ਵਿੱਚ ਕਿ ਜਦੋਂ ਕੋਈ ਉਹ ਤਰਖਾਣ ਵਗੈਰਾ ਜਾਂ ਕੋਈ ਹੋਰ ਆਂਦੇ ਸੀ, ਉਹਨਾਂ ਨੂੰ ਏਦਾਂ ਨਹੀਂ ਸੀ ਕਿ ਅੰਦਰ ਜਾ ਕੇ ਸੋਫਿਆਂ ਤੇ ਬਿਠਾਇਆ ਜਾਵੇ, ਉਹਨਾਂ ਨੂੰ ਉੱਥੇ ਹੀ ਮੰਜੀ ਜਾਂ ਪੀੜੀ ਤੇ ਬਿਠਾਉਂਦੇ ਸੀ, ਬਾਹਰ ਹੀ ਕੱਢ ਕੇ। ਔਰ ਕੁਛ ਏਦਾਂ ਦੀਆਂ ਚੀਜ਼ਾਂ ਦੀ ਮੈਨੂੰ ਬਹੁਤ ਪੇਨ ਹੁੰਦੀ ਸੀਗੀ ਉਸ ਵੇਲੇ, ਮੈਂ ਬਹੁਤ ਦੁੱਖ ਮਹਿਸੂਸ ਕਰਦੀ ਸੀ ਕਿ ਵੀ ਏਦਾਂ ਕਿਉਂ ਹੈਗਾ ਆ। ਇਹਨਾਂ ਨੂੰ ਪੂਰਾ ਸਤਿਕਾਰ ਦਿੱਤਾ ਹੁਣ ਦੇਣਾ ਚਾਹੀਦਾ ਆ, ਇਹਨਾਂ ਨੂੰ ਵੀ ਉਦਾਂ ਹੀ ਟਰੀਟ ਕਰਨਾ ਚਾਹੀਦਾ ਜਿੱਦਾਂ ਕੋਈ ਸਾਡੇ ਗੈਸਟ ਆਏ ਹੋਣ ਘਰੇ ਜਾਂ ਉੱਚ ਜਾਤੀ ਦਾ ਕੋਈ ਬੰਦਾ ਆਇਆ ਹੋਵੇ, ਤਾਂ ਉਸ ਵੇਲੇ ਕਹਿ ਕੇ ਟਾਲ ਦਿੱਤਾ ਜਾਂਦਾ ਸੀ ਘਰਦਿਆਂ ਵੱਲੋਂ ਕਿ ਤੈਨੂੰ ਨਹੀਂ ਪਤਾ, ਤੂੰ ਨਿਆਣੀ ਆ। ਓਕੇ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੋਂ ਪਹਿਲਾਂ ਸਾਡੇ ਵਿੱਚ ਆਇਆ, ਸਾਰਿਆਂ ਵਿੱਚ, ਆਮ ਲੋਕਾਂ ਦੇ ਵਿੱਚ, ਬਈ ਜਿਹੜੀ ਨੀਵੀਂ ਜਾਤੀ ਉੱਚੀ ਜਾਤੀ ਹੈ ਨਾ। ਫਿਰ ਉਸ ਤੋਂ ਬਾਅਦ ਇਹ ਗਵਰਨਮੈਂਟ ਤੋਂ ਬਾਅਦ ਵਿੱਚ ਗਿਆ ਤੇ ਗਵਰਨਮੈਂਟ ਨੇ ਬਾਅਦ ਵਿੱਚ ਸਮ ਟਾਈਮ ਆਪਣੀਆਂ ਇਲੈਕਸ਼ਨ ਜਿਹੜੀਆਂ ਸੀ ਉਹਦੀ ਜਦੋਂ ਲੜੀਆਂ, ਉਹਨਾਂ ਨੂੰ ਫਾਇਦਾ ਲੈਣ ਲਈ ਉਹਨਾਂ ਲੋਕਾਂ ਤੋਂ ਕਿ ਬਈ ਤੁਸੀਂ ਛੋਟੀ ਜਾਤੀ ਦੇ ਹੋ ਤੇ ਤੁਹਾਡੇ ਬਾਰੇ ਅਸੀਂ ਸੋਚਾਂਗੇ ਤੇ ਤੁਹਾਡੇ ਬਾਰੇ ਅਸੀਂ ਏਦਾਂ ਕਰਾਂਗੇ, ਕੋਈ ਕਾਨੂੰਨ ਪਾਸ ਕਰਾਂਗੇ ਤੇ SC BC ਜੋ ਵੀ ਵਟਐਵਰ ਉੱਥੇ ਹੈਗਾ ਇੰਡੀਆ 'ਚ, ਤੇ ਬਈ ਤੁਸੀਂ ਸਾਨੂੰ ਵੋਟਾਂ ਦਿਓ ਹਨਾ, ਸਾਨੂੰ ਤੁਸੀਂ ਵੋਟਾਂ ਦੇ ਕੇ ਸਾਨੂੰ ਜਿਤਾਓ। ਉਹਦੇ ਨਾਲ ਵੀ ਕਿਸੇ ਜਗ੍ਹਾ ਤੇ ਇਹ ਜਿਹੜੀ ਆ ਜਾਤਵਾਦੀ ਜਿਹੜੀ ਸੀਗੀ ਉਹ ਵੱਧ ਗਈ ਹੈ ਨਾ। ਹੁਣ ਗੱਲ ਏਦਾਂ ਹੈਗੀ ਆ, ਮੇਰੇ ਅਕੋਰਡਿੰਗ ਏਦਾਂ ਹੋਣਾ ਚਾਹੀਦਾ ਕਿ ਜਿੱਦਾਂ ਸਾਡੇ ਅਮਰੀਕਾ ਦੇ ਵਿੱਚ ਆਪਣੇ ਹੈਗਾ ਆ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਕਿ ਬਈ ਜਿਹੜਾ ਬੰਦਾ ਐਲੀਜੀਬਿਲਟੀ ਬੱਚਾ ਰੱਖਦਾ ਆ, ਜਿਹੜਾ ਬੱਚਾ ਪੜ੍ਹ ਕੇ ਪਾਸ ਹੋਇਆ ਆ, ਜੌਬ ਲੈਣ ਦੇ ਵੇਲੇ ਐਗਜ਼ਾਮ ਉਹਦੇ ਤੋਂ ਲੈਣਾ ਚਾਹੀਦਾ
ਔਰ ਬੜਾ ਕਲੀਅਰ ਫੰਡਾ ਹੋਣਾ ਚਾਹੀਦਾ। ਜਿਹੜਾ ਬੱਚਾ ਮਿਹਨਤ ਦੇ ਨਾਲ ਪਾਸ ਹੋਇਆ, ਆਫ ਕੋਰਸ ਜੌਬ ਲੈਣ ਵੇਲੇ ਇੰਟਰਵਿਊ ਦੇ ਵਿੱਚ ਵੀ ਪਾਸ ਹੋਵੇਗਾ। ਔਰ ਉਹ ਜਿਹੜਾ ਬੱਚਾ, ਚਾਹੇ ਉਹ ਅਮੀਰ ਘਰਾਣੇ ਦਾ ਹੋਵੇ ਚਾਹੇ ਉਹ ਗਰੀਬ ਘਰਾਣੇ ਦਾ ਹੋਵੇ, ਉਹਨੂੰ ਡੈਫੀਨੇਟਲੀ ਲੈਣਾ ਚਾਹੀਦਾ। ਕਿਉਂਕਿ ਜੇ ਇਹ ਸਿਸਟਮ ਖਤਮ ਨਹੀਂ ਹੋਇਆ ਕਿ ਬਈ ਤੁਸੀਂ SC BC ਕੋਈ ਇਸ ਤਰ੍ਹਾਂ ਦੀਆਂ ਸੀਟਾਂ ਕੱਢਦੇ ਹੋ, ਬਈ ਜਾਣੀ ਕਿ ਏਦਾਂ ਤਾਂ ਨਹੀਂ ਕਹਿਣਾ ਚਾਹੀਦਾ ਛੋਟੀ ਜਾਤੀ, ਕਿਉਂਕਿ ਉਹ ਮੈਂ ਕਦੀ ਵੀ ਛੋਟੀ ਜਾਤੀ ਕਿਸੇ ਨੂੰ ਨਹੀਂ ਬੋਲ ਸਕਦੀ, ਕਿਉਂਕਿ ਮੇਰੇ ਲਈ ਸਾਰੇ ਇਕੁਅਲ ਨੇ, ਹਨਾ, ਸਾਰੇ ਇਕੁਅਲ। ਔਰ ਮੇਰੇ ਖਿਆਲ ਦੇ ਵਿੱਚ ਏਦਾਂ ਹੋਊਗਾ ਤੇ ਫਿਰ ਇਹ ਏਦਾਂ ਜਾਤਾਂ ਪਾਤਾਂ ਦਾ ਸਿਸਟਮ ਜਿਹੜਾ ਇੰਨਾ ਜ਼ਿਆਦਾ ਰਹਿ ਹੀ ਨਹੀਂ ਜਾਊਗਾ, ਉੱਚੀ ਜਾਤ ਨੀਵੀਂ ਜਾਤ, ਹਨਾ। ਔਰ ਦੂਸਰਾ ਇੱਕ ਇਹ ਵੀ ਹੋ ਜਾਊਗਾ ਕਿ ਲੋਕੀ ਲੇਜ਼ੀ ਨਹੀਂ ਬਣਨਗੇ, ਲੋਕੀ ਫਿਰ ਏਦਾਂ ਨਹੀਂ ਕਹਿਣਗੇ ਵੀ ਹਾਂ ਅਸੀਂ ਕੰਮ ਕਰਕੇ ਪੂਅਰ ਬਣ ਜਾਈਏ, ਸਾਡੇ ਤੇ ਤਰਸ ਖਾ ਕੇ ਸਾਨੂੰ ਜੌਬ ਮਿਲ ਜਾਊਗੀ। ਫਿਰ ਏਦਾਂ ਹੋਊਗਾ ਕਿ ਹਰ ਬੰਦਾ ਕਹੇਗਾ ਕਿ ਮੈਂ ਜੋ ਕਰਨਾ ਮੈਂ ਕਰਨਾ ਆ, ਚਾਹੇ ਮੈਂ ਅਮੀਰ ਆ, ਅਮੀਰ ਦਾ ਬੱਚਾ ਵੀ ਪੜ੍ਹਨਾ ਆ। ਮੋਸਟਲੀ ਕੀ ਹੁੰਦਾ ਹੁਣ ਅੱਜ ਕੱਲ ਪਿੰਡਾਂ ਦੇ ਵਿੱਚ ਕੀ ਹੁੰਦਾ, ਆਪਣੇ ਜੱਟ ਬਰਾਦਰੀ ਚ ਕੀ ਹੁੰਦਾ ਕਿ 10-15 ਕਿੱਲੇ ਜ਼ਮੀਨ ਦੇ ਹੈਗੇ ਆ, ਉਹ ਮੁੰਡੇ ਨੂੰ ਘਰ ਦੇ ਕਹਿੰਦੇ ਕਿ ਤੂੰ ਪੜ੍ਹ ਲੈ ਬਾਈ, ਤੂੰ ਡਾਕਟਰ ਬਣ ਜਾ, ਇੰਜੀਨੀਅਰ ਬਣ ਜਾ। ਉਹ ਕਹਿੰਦਾ ਕਿ ਜੌਬ ਤਾਂ ਮਿਲਣੀ ਨਹੀਂ। ਫਿਰ ਉਹ ਕੀ ਕਰਦਾ, ਫਿਰ ਉਹ ਹੌਲੀ ਹੌਲੀ ਵਿਹਲਾ ਹੁੰਦਾ ਆ, ਕੰਮ ਵਾਲੇ ਲਾ ਲੈਂਦਾ ਨਾਲ, ਤੇ ਕੁਛ ਨਾ ਕੁਛ ਮਾੜੇ ਪਾਸੇ ਕਈ ਵਾਰੀ ਚਲੇ ਜਾਂਦਾ ਬੱਚਾ। ਕਈ ਵਾਰੀ ਨਹੀਂ, ਦੂਜੀ ਬਹੁਤੀ ਵਾਰੀ ਚਲਿਆ ਜਾਂਦਾ, ਕਿਉਂਕਿ ਜਿਸ ਬੱਚੇ ਦੇ ਕੋਲ ਪੜ੍ਹਨ ਲਿਖਣ ਦੇ ਬਾਵਜੂਦ ਵੀ ਜੌਬ ਨਹੀਂ ਹੈ, ਰੁਜ਼ਗਾਰ ਨਹੀਂ ਹੈ, ਤੇ ਉਹ ਬੱਚਾ ਤੇ ਫਿਰ ਮਾੜੇ ਪਾਸੇ ਹੀ ਜਾਏਗਾ ਨਾ ਜੀ। ਤੇ ਉਹਦੇ ਤੋਂ ਬਚਣ ਲਈ ਮੇਰੇ ਖਿਆਲ ਦੇ ਵਿੱਚ ਇੱਕ ਪੜ੍ਹਾਈ ਜਿਹੜੀ ਨਾ ਸਭ ਤੋਂ ਵਧੀਆ ਕੀ ਹੈਗਾ ਤੁਹਾਡੇ ਕੋਲ, ਕਿਉਂਕਿ ਜਦੋਂ ਤੁਸੀਂ ਕਾਲਜ ਜਾਓਗੇ, ਤੁਸੀਂ ਡਿਗਰੀ ਲਓਗੇ, ਤੁਸੀਂ ਉੱਥੇ ਆਪਣਾ ਖੇਡੋਗੇ ਵੀ, ਤੁਹਾਨੂੰ ਖੇਡਣ ਦਾ ਵੀ ਸਮਾਂ ਮਿਲੇਗਾ, ਤੁਹਾਨੂੰ ਤੁਹਾਡਾ ਬ੍ਰੇਨ ਜਿਹੜਾ ਉਹ ਚੱਲੇਗਾ, ਇੱਕ ਚੰਗੇ ਪਾਸੇ ਲੱਗੇਗਾ। ਤੁਹਾਡੇ ਤੇ ਘਰ ਆ ਕੇ ਵੀ ਜਿਹੜਾ ਪ੍ਰੈਸ਼ਰ ਹੋਏਗਾ ਕਿ ਤੁਸੀਂ ਹੋਮਵਰਕ ਕਰਨਾ, ਤੇ ਤੁਹਾਡਾ ਦਿਮਾਗ ਜਿਹੜਾ ਉਹ ਮਾੜੇ ਪਾਸੇ ਘੱਟ ਭੱਜੂਗਾ। ਉਸ ਉਮਰ ਦੇ ਵਿੱਚ ਜਿਹੜੀ ਬੱਚਿਆਂ ਕੋਲ એનર્ਜੀ ਹੁੰਦੀ ਆ, ਉਹਨੂੰ ਚੰਗੇ ਪਾਸੇ ਲਾ ਦੇਣ ਬੱਚੇ ਤਾਂ ਚੰਗਾ ਪਾਸੇ ਨੂੰ ਤੁਰ ਜਾਂਦੇ, ਮਾੜੇ ਪਾਸੇ ਲਾ ਦੇਣ ਤਾਂ ਮਾੜੇ ਪਾਸੇ ਤੁਰ ਜਾਂਦੇ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਸਿਸਟਮ ਜਿਹੜਾ ਗਵਰਨਮੈਂਟ ਨੂੰ ਹਟਾ ਦੇਣਾ ਚਾਹੀਦਾ। ਇਹ ਕਹਿਣਾ ਚਾਹੀਦਾ ਕਿ ਸਾਰੇ ਜਾਣਿਆਂ ਨੂੰ ਉਦੋਂ ਜੌਬ ਮਿਲੂਗੀ ਜਿਹੜਾ ਬੰਦੇ ਦੀ ਕੋਈ ਐਲੀਜੀਬਿਲਟੀ ਹੋਊਗੀ। ਬਿਲਕੁਲ ਰੋਜੀ। ਹੁਣ ਮੇਰੇ ਕੋਲ ਥੋੜੇ ਕੁ ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਖਿਆਲ ਤੇ ਲਾਸਟ ਵੀਕ ਦੀ ਗੱਲ ਹੋਣੀ ਹੈ, ਮੇਰੇ ਕੋਲ ਕਿਸੇ ਦਾ ਮੈਸੇਜ ਆਇਆ ਕਿ ਵਿਦੇਸ਼ਾਂ ਦੇ ਵਿੱਚ ਸਾਰੇ ਨੌਜਵਾਨ ਜਾ ਕੇ ਵਸੀ ਜਾ ਰਹੇ ਨੇ, ਕਿਉਂਕਿ ਆਈਲੈਟਸ ਦੀ ਵਜ੍ਹਾ ਦੇ ਨਾਲ ਆਈਲੈਟਸ ਬਣੀ, ਆਈਲੈਟਸ ਦੇ ਨਾਲ ਆਈਲੈਟਸ ਨੇ ਦੇਸ਼ ਨੂੰ ਤਬਾਹ ਕਰ ਦਿੱਤਾ। ਜਦ ਕਿ ਮੈਂ ਕਹਿੰਦੀ ਕਿ ਆਈਲੈਟਸ ਨੇ ਜਾਂ ਮਤਲਬ ਕਿਸ ਤਰ੍ਹਾਂ ਦੇ ਵੀ ਵਿਦੇਸ਼ਾਂ ਨੇ ਦੇਸ਼ ਦੀ ਜਵਾਨੀ ਨੂੰ ਤੈਅ ਨਹੀਂ ਕੀਤਾ, ਤਬਾਹ ਨਹੀਂ ਕੀਤਾ, ਬਲਕਿ ਕੀ ਹੋਇਆ ਕਿ ਇਹਦੇ ਵਿੱਚ ਜ਼ਿੰਮੇਵਾਰ ਸਿਰਫ ਇੰਡੀਅਨ ਗਵਰਨਮੈਂਟ ਹੀ ਆਉਂਦੀ ਹੈ। ਜਿੱਥੋਂ ਤੱਕ ਮੈਂ ਦੋਸ਼ ਦਿੰਦੀ ਹਾਂ, ਮੈਂ ਸ਼ਰੇਆਮ ਦੋਸ਼ ਦਿੰਦੀ ਹਾਂ ਕਿ ਇਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹੀ ਦੋਸ਼ੀ ਹੈ, ਕਿਉਂਕਿ ਨਾ ਤਾਂ ਰੁਜ਼ਗਾਰ ਮੁਹੱਈਆ ਕਰ ਰਹੀ ਹੈ, ਨਾ ਹੀ ਕਿਸੇ ਦੇ ਨਾਲ ਇਨਸਾਫ ਕਰ ਰਹੀ ਹੈ। ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਉਹ ਪੈਸੇ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਜਾਂ ਫਿਰ ਰਾਖਵੇਂ ਕੋਟੇ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਉਹ ਛੋਟੀ ਵੱਡੀ ਜਾਤੀ ਕਿਉਂ ਵੰਡਦੀ ਹੈ, ਜਦੋਂ ਕਿ ਸਾਨੂੰ ਪੜ੍ਹਾਇਆ ਜਾਂਦਾ ਹੈ ਛੋਟੀਆਂ ਕਲਾਸਾਂ ਤੋਂ ਹੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਨਾਗਰਿਕ ਸ਼ਾਸਤਰ ਦੇ ਵਿੱਚ ਕਿ ਭਾਰਤ ਇੱਕ ਸਮਾਨਤਾ ਪ੍ਰਧਾਨ ਦੇਸ਼ ਹੈ, ਜਾਤੀ ਦਾ ਭੇਦਭਾਵ ਨਹੀਂ ਹੈ। ਜੇਕਰ ਜਾਤੀ ਦਾ ਭੇਦਭਾਵ ਨਹੀਂ ਹੈ ਤਾਂ ਜਾਤੀ ਦੇ ਆਧਾਰ ਤੇ ਰਾਖਵਾਂਕਰਨ ਕਿਉਂ ਹੈ? ਉਹ ਕਿਉਂ ਆ ਜੀ? ਉਹ ਸਾਡੇ ਸਮਾਜ ਦੀ, ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਨੂੰ ਤਾਂ ਬਾਅਦ ਚ ਮੌਕਾ ਮਿਲਿਆ, ਪਹਿਲਾਂ ਅਸੀਂ ਮੌਕਾ ਦਿੱਤਾ, ਕਿਉਂਕਿ ਅਸੀਂ ਦਿੱਤਾ, ਸਾਡੇ ਸਮਾਜ ਨੇ ਮੌਕਾ। ਹਾਂਜੀ, ਪਰ ਅਜੋਕੀ ਪੀੜ੍ਹੀ ਜਿਹੜੀ ਹੁਣ ਆ ਰਹੀ ਹੈ, ਪੋਲਿਟਿਕਸ ਦੇ ਵਿੱਚ ਨਵੇਂ ਲੋਕ ਵੀ ਆ ਰਹੇ ਨੇ, ਉਹ ਸਮਝਦਾਰ ਨੇ, ਸਾਰਾ ਕੁਝ ਸਮਝਦੇ ਨੇ, ਵੋਟਾਂ ਦੀ ਖਾਤਰ। ਫਿਰ ਗੱਲ ਤਾਂ ਉੱਥੇ ਆ ਜਾਂਦੀ ਨਾ ਕਿ ਦੋਸ਼ ਇਹਨਾਂ ਗਵਰਨਮੈਂਟ ਦਾ ਹੀ ਹੈ ਕਿ ਆਪਣੀ ਵੋਟਾਂ ਦੀ ਖਾਤਰ ਇਹ ਦੇਸ਼ ਨੂੰ ਟੁਕੜਿਆਂ ਦੇ ਵਿੱਚ ਵੰਡਦੀ ਹੈ, ਜਾਤਾਂ ਦੇ ਵਿੱਚ ਮਜ਼ਾਂ ਵਿੱਚ ਵੰਡਦੀ ਹੈ, ਤੇ ਉੱਥੇ ਹੀ ਲੋਕਾਂ ਨੂੰ ਕਹਿੰਦੀ ਹੈ ਕਿ ਜਾਤੀ ਦੇ ਆਧਾਰ ਤੇ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਨਾ। ਫਿਰ ਵਿਆਹ ਸ਼ਾਦੀਆਂ ਵਾਲੇ ਕਿਉਂ ਭੇਦਭਾਵ ਕੀਤਾ ਜਾਂਦਾ? ਤੁਸੀਂ ਬੱਚੇ ਦੀ ਯੋਗਤਾ ਨਹੀਂ ਦੇਖਦੇ, ਬੱਚੇ ਦੀ ਪੜ੍ਹਾਈ ਨਹੀਂ ਦੇਖਦੇ, ਕਾਬਲੀਅਤ ਨਹੀਂ ਦੇਖਦੇ, ਉਹਨੂੰ ਜਾਤੀ ਦੇ ਆਧਾਰ ਤੇ ਕਈ, ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਕਈ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਇਹ ਨਿਮਨ ਜਾਤੀ ਵਾਸਤੇ ਹੈਗਾ ਰਾਖਵਾਂ ਕੋਟਾ, ਉਹਨਾਂ ਦੇ ਵਿੱਚ ਲੋਕ ਬਹੁਤ ਪੈਸੇ ਵਾਲੇ ਵੀ ਨੇ, ਤੇ ਜਿਨ੍ਹਾਂ ਨੂੰ ਉੱਚ ਜਾਤੀ ਦੇ ਆਧਾਰ ਤੇ ਕੁਝ ਇਗਨੋਰ ਕਰਦੇ ਆ, ਉਹਨਾਂ ਦੇ ਵਿੱਚ ਵਿਚਾਰੇ ਜਿਹੜੇ ਲੋਕ ਹੈਗੇ ਨੇ ਕਈ ਇਹੋ ਜਿਹੇ ਨੇ ਜਿਹੜੇ ਇੱਕ ਟਾਈਮ ਦੀ ਰੋਟੀ ਵੀ ਵਿਚਾਰੇ ਮਜ਼ਦੂਰੀ ਕਰਕੇ ਬੜੀ ਮੁਸ਼ਕਲ ਦੇ ਨਾਲ ਖਾਂਦੇ ਨੇ। ਪ੍ਰੀਤ ਜੀ ਗੱਲ ਉੱਥੇ ਆ ਗਈ ਨਾ, ਫਿਰ ਤੋਂ ਤੁਸੀਂ ਉਹੀ ਗੱਲ ਨੂੰ ਫਿਰ ਆਪਾਂ ਰਿਪੀਟ ਕੀਤਾ, ਗੱਲ ਉੱਥੇ ਆ ਗਈ ਕਿ ਤੁਸੀਂ ਕਹਿੰਦੇ ਆ
ਕਿ ਠੀਕ ਹੈ ਕੋਈ ਬੱਚੇ ਬਹੁਤ ਗਰੀਬ ਹੁੰਦੇ ਨੇ ਪਰ ਉਹ ਬਹੁਤ ਕਾਬਲੀਅਤ ਰੱਖਦੇ ਨੇ, ਉਹਨਾਂ ਨੂੰ ਨਹੀਂ ਮਿਲਦੀ, ਤੇ ਕੁਝ ਜਿਹੜੀ SCBC ਨੇ ਉਹ ਕਾਫੀ ਅਮੀਰ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਕਾਬਲੀਅਤ ਨਹੀਂ ਹੁੰਦੀ ਜੌਬ ਕਰਨ ਦੀ, ਉਹ ਉਹਨਾਂ ਨੂੰ ਜੌਬ ਤੇ ਰੱਖ ਲੈਂਦੇ ਆ, ਤੇ ਫਿਰ ਜਦੋਂ ਉਹ EMPLOYER ਬਣ ਜਾਂਦੇ ਆ ਤਾਂ ਫਿਰ ਉਹਨੂੰ ਠੀਕ ਢੰਗ ਨਾਲ ਉਸ ਦਾਇਰੇ ਨੂੰ ਚਲਾ ਨਹੀਂ ਪਾਉਂਦੇ ਜਿੱਥੇ ਉਹ ਜੌਬ ਕਰਦੇ ਹੁੰਦੇ, ਉਸ ਪ੍ਰੋਫੈਸ਼ਨ ਦੇ ਵਿੱਚ ਉਹ ਮਾਹਰ ਨਹੀਂ ਹੁੰਦੇ। ਉੱਥੇ ਕੀ ਹੁੰਦਾ, ਉੱਥੇ ਜਨਤਾ ਦਾ ਨੁਕਸਾਨ ਹੁੰਦਾ, ਆਮ ਜਨਤਾ ਦਾ ਨੁਕਸਾਨ ਹੁੰਦਾ। ਇਸ ਟੌਪਿਕ ਦਾ ਮੈਂ ਐਂਡ ਇਸੇ ਤੇ ਕਰਨਾ ਚਾਹੁੰਦੀ ਹਾਂ ਕਿ ਕੁਝ ਵੀ ਹੈ ਨਾ ਗਲਤੀ ਸਰਕਾਰ ਦੀ ਹੈ ਤੇ ਸਰਕਾਰ ਨੂੰ ਗਲਤੀ ਸੁਧਾਰਨੀ ਚਾਹੀਦੀ ਹੈ। ਜੇ ਉਹ ਬੱਚਿਆਂ ਨੂੰ ਪੜ੍ਹਾ ਰਹੀ ਹੈ ਨਾ ਕਿ ਸਮਾਨਤਾ ਦਾ ਅਧਿਕਾਰ, ਤੇ ਸਮਾਨਤਾ ਰੱਖ ਕੇ ਦਿਖਾਵੇ, ਬੱਚਿਆਂ ਨੂੰ ਬੱਚਿਆਂ ਦੀ ਕਾਬਲੀਅਤ ਨਾਲ ਪਛਾਣਿਆ ਜਾਵੇ, ਨਾ ਕਿ ਉਹਨਾਂ ਨੂੰ ਜਾਤੀ ਤੇ ਪੈਸੇ ਦੇ ਭੇਦਭਾਵ ਦੇ ਨਾਲ। ਤੇ ਦੂਸਰਾ ਗੱਲ ਆਪਾਂ ਮੈਂ ਜਿਹੜਾ ਕਿ ਟੌਪਿਕ ਲੈ ਕੇ ਚੱਲੀ ਸੀ ਅੰਧ ਵਿਸ਼ਵਾਸ। ਜੀ ਪਹਿਲਾਂ ਮੈਂ ਇਸ ਟੌਪਿਕ ਤੇ ਪ੍ਰੀਜੀ ਇਸ ਟੌਪਿਕ ਤੇ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ। ਬਿਲਕੁਲ ਜ਼ਰੂਰ। ਮੇਰੀ ਨੀਜ਼ ਮੇਰੀਆਂ ਨੇ ਉਹ ਇੰਡੀਆ ਚ ਨੇ ਔਰ ਉਹ ਆਪਣੇ ਬਾਇਓ ਸਾਇੰਸ ਕਰਦੀਆਂ ਪਈਆਂ ਨੇ ਅੰਮ੍ਰਿਤਸਰ, ਤੇ ਉਹਨਾਂ ਨੇ ਉੱਥੇ ਕਹਿੰਦੀਆਂ ਕਿ ਮਾਸੀ ਜੀ ਕਿ ਜਿਵੇਂ ਜਿਹੜੀ ਸਾਡੀ ਟੀਚਰ ਆ ਉਹ ਇੰਨੀ ਇੰਟੈਲੀਜੈਂਟ ਨਹੀਂ ਹੈਗੀ, ਪਰ ਏਦਾਂ ਲੱਗਦਾ ਕਿ ਉਹਨੂੰ ਕਿਸੇ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਈ ਸੀਟ ਸੀਗੀ, ਕੋਈ ਰਾਖਵੀਂ ਸੀਟ ਤੇ ਰੱਖ ਲਿਆ ਗਿਆ ਹੋਣਾ ਆ। ਔਰ ਜਦੋਂ ਮੇਰੀ ਨੀਜ਼ ਉਹਨੂੰ ਕੁਐਸਚਨ ਕਰਦੀ ਕਿਸੇ ਗੱਲ ਦਾ ਕਿ ਮੈਡਮ ਇਹ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ ਆ, ਇਹ ਜਿਹੜਾ ਸਵਾਲ ਹੈ ਤੁਸੀਂ ਸਾਨੂੰ ਦੱਸਦੇ ਪਏ, ਪੜ੍ਹਾਉਂਦੇ ਪਏ ਆ, ਕਿਉਂਕਿ ਕਈ ਵਾਰ ਮੇਰੇ ਨਾਲ ਸ਼ੇਅਰ ਕਰਦੀਆਂ ਕਿ ਮੈਂ ਵੀ ਮੈਡੀਕਲ ਫੀਲਡ ਤੋਂ ਆ, ਤੇ ਮੈਂ ਉਹਨਾਂ ਨੂੰ ਦੱਸ ਦਿੰਦੀ ਕਿ ਨਹੀਂ ਇਵੇਂ ਨਹੀਂ, ਇਵੇਂ ਹੁੰਦਾ ਇਹ। ਉਹ ਕਹਿੰਦੇ ਮੈਡਮ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ, ਤੁਹਾਨੂੰ ਜ਼ਿਆਦਾ ਪਤਾ ਆ। ਉੱਥੋਂ ਮਤਲਬ ਇਸ ਤਰ੍ਹਾਂ ਲੱਗਦਾ ਕਿ ਜੇ ਤੁਸੀਂ ਕਿਸੇ ਨੂੰ ਬਿਨਾਂ ਕਾਬਲੀਅਤ ਤੋਂ ਹਾਇਰ ਕਰ ਲਿਆ, ਕਿਸੇ ਨੂੰ ਟੀਚਰ ਰੱਖ ਲਿਆ, ਔਰ ਉਹ ਬੱਚਿਆਂ ਨੂੰ ਅੱਗੇ ਕਿਵੇਂ ਪੜ੍ਹਾਉਣਗੇ? ਫਿਰ ਉਹਨਾਂ ਦੇ ਬੱਚੇ ਪੜ੍ਹੇ ਹੋਏ ਅੱਗੇ ਜਾ ਕੇ ਕੀ ਕਰਨਗੇ? ਬੱਚਿਆਂ ਦਾ ਤਾਂ ਭਵਿੱਖ ਰੁੱਲ ਗਿਆ ਜੀ। ਬੱਚਾ ਜੇ 500 ਬੱਚਾ ਉਸ ਟੀਚਰ ਕੋਲੋਂ ਪੜ੍ਹਦਾ ਆ ਤੇ ਮੀਨਸ 500 ਬੱਚੇ ਦੇ ਪੱਲੇ ਤਾਂ ਕੁਝ ਨਹੀਂ ਪਿਆ, ਟੀਚਰ ਨੂੰ ਖੁਦ ਨਹੀਂ ਪਤਾ, ਕਿਉਂਕਿ ਉਹ ਆਪ ਉਸ ਸੀਟ ਤੇ ਉਵੇਂ ਹੀ SCBC ਤੇ ਸੀਟ ਤੇ ਆਏ ਹੋਏ ਨੇ, ਉਹਨਾਂ ਕੋਲ ਕਾਬਲੀਅਤ ਨਹੀਂ ਸੀ ਪਰ ਉਹਨਾਂ ਨੂੰ ਰੱਖ ਲਿਆ ਗਿਆ ਫਿਰ ਵੀ, ਰਾਈਟ। ਉਸ ਤੋਂ ਇੰਟੈਲੀਜੈਂਟ ਵੀ ਉਸ ਦਿਨ ਜਦੋਂ ਇੰਟਰਵਿਊ ਹੋਏਗੀ, ਉਸ ਤੋਂ ਇੰਟੈਲੀਜੈਂਟ ਵੀ ਉੱਥੇ ਟੀਚਰ ਕਾਬਲੀਅਤ ਸੀਗੇ ਰੱਖਣ ਦੇ। ਤੇ ਉਹ ਮੇਰੀ ਗੱਲ ਕਹਿਣ ਦਾ ਮਤਲਬ ਕਿ ਇਦਾਂ ਜਿਹੜੀਆਂ ਛੋਟੀਆਂ ਐਗਜ਼ਾਮਪਲ ਆਪਾਂ ਕੋ ਹੈਗੀਆਂ ਨੇ ਕਿ ਜਿੱਥੇ ਆਪਾਂ ਇਹ ਚੀਜ਼ ਬੈਠ ਕੇ ਗਵਰਨਮੈਂਟ ਤੇ ਪਬਲਿਕ ਇਹ ਡਿਸਕਸ ਕਰ ਸਕਦੇ ਆ ਕਿ ਵੀ ਜੇ ਅਸੀਂ ਕਾਬਲੀਅਤ ਵਾਲੇ ਰੋਕ ਰੱਖਾਂਗੇ ਤੇ ਆਉਣ ਵਾਲੇ ਕਿੰਨੇ ਲੋਕਾਂ ਦੀ ਜ਼ਿੰਦਗੀ ਸਵਰ ਜਾਏਗੀ, ਕਿੰਨੇ ਬੱਚੇ ਅੱਗੇ ਤਰੱਕੀ ਕਰ ਜਾਣਗੇ, ਦੇਸ਼ ਕਿੰਨਾ ਤਰੱਕੀ ਕਰ ਜਾਊਗਾ। ਜੇ ਅਸੀਂ ਕਾਬਲੀਅਤ ਵਾਲੇ ਨਹੀਂ ਰੱਖੇ ਤਾਂ ਦੇਸ਼ ਦੂਸਰੇ ਪਾਸੇ ਨੂੰ ਚੱਲ ਜਾਊਗਾ ਜੀ। ਬਿਲਕੁਲ ਉਲਟੇ ਕਾਨੂੰਨ ਬਣਾਉਂਦੀ ਹੈ ਗਵਰਨਮੈਂਟ, ਪਰ ਆਪਣੇ ਜਿਹੜੇ ਬਣਾਏ ਹੋਏ ਗਲਤ ਕਾਨੂੰਨ ਨੇ ਉਹਨਾਂ ਨੂੰ ਕਦੀ ਸੁਧਾਰ ਨਹੀਂ ਕਰਦੀ। ਐਗਜ਼ਾਮਪਲ ਇਹ ਫਾਰਮਰਸ ਜੀ ਵਿਚਾਰੇ ਕਿੰਨੀ ਦੇਰ ਤੋਂ ਪਰੇਸ਼ਾਨ ਹੋ ਰਹੇ ਨੇ, ਇਹਦੇ ਵਿੱਚ ਗਵਰਨਮੈਂਟ ਨੂੰ ਕੋਈ ਆਪਣੀ ਗਲਤੀ ਨਜ਼ਰ ਨਹੀਂ ਆ ਰਹੀ, ਨਾ ਹੀ ਉਹ ਆਪਣੇ ਚੁੱਕਣ ਨੂੰ ਤਿਆਰ ਹੈ, ਨਾ ਹੀ ਉਹਨਾਂ ਨੂੰ ਰੱਦ ਕਰਨ ਨੂੰ ਤਿਆਰ ਹੈ, ਮੰਨਣ ਨੂੰ ਤਿਆਰ ਹੈ। ਸੋ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਹੈਗੀਆਂ ਤੇ ਗਵਰਨਮੈਂਟ ਹੀ ਨੇ। ਸੋ ਚਲੋ ਐਨੀਵੇ ਆਪਾਂ ਇਸੇ ਟੌਪਿਕ ਨੂੰ ਫਿਨਿਸ਼ ਕਰਦੇ ਹਾਂ ਤੇ ਆਪਾਂ ਗੱਲ ਕਰਨ ਲੱਗੇ ਸੀ ਕਿ ਅੰਧ ਵਿਸ਼ਵਾਸ ਦੀ। ਜੀ ਅੰਧ ਵਿਸ਼ਵਾਸ ਸਾਡੇ ਭਾਰਤ ਦੇ ਵਿੱਚ, ਇਹ ਨਹੀਂ ਕਿ ਕਿਸੇ ਇੱਕ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ, ਨਹੀਂ, ਪੂਰੇ ਭਾਰਤ ਦੇ ਵਿੱਚ ਹੀ ਅੰਧ ਵਿਸ਼ਵਾਸ ਬਹੁਤ ਹੈ। ਤੇ ਇਹ ਭਾਰਤ ਵਿੱਚ ਵੀ ਨਹੀਂ ਹੈਗਾ ਤਾਂ ਸਾਡੇ US ਵਿੱਚ, ਪਰ ਸਾਡੇ ਭਾਰਤ ਦੇ ਵਿੱਚ ਕੁਝ ਜ਼ਿਆਦਾ ਹੀ ਹੈ, ਇੰਡੀਆ ਦੇ ਵਿੱਚ। ਐਗਜ਼ਾਮਪਲ ਕਿ ਸੋਮਵਾਰ ਨੂੰ ਕੰਮ ਸ਼ੁਭ ਹੁੰਦਾ, ਮੰਗਲਵਾਰ ਸ਼ੁੱਧ ਨਹੀਂ ਹੁੰਦਾ, ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਬਿੱਲੀ ਰਸਤਾ ਕੱਟ ਗਈ। ਤੇ ਇਹਦੇ ਨਾਲ ਕਈ ਵੱਡੇ ਨੁਕਸਾਨ ਵੇਖਣ ਨੂੰ ਆਏ ਨੇ। ਹੁਣ ਇੰਨੀਆਂ ਜੇ ਆਪਾਂ ਗੱਲਾਂ ਕਰਾਂਗੇ ਤੇ ਪੂਰਾ ਦਿਨ ਖਤਮ ਹੋ ਜਾਏਗਾ। ਮੇਰੇ ਕੋਲ ਬਹੁਤ ਸਾਰੇ ਵੀਡੀਓਜ਼ ਵੀ ਆਉਂਦੇ, ਨਿਊਜ਼ ਵੀ ਆਉਂਦੀਆਂ ਨੇ ਜੀ, ਹਾਂਜੀ ਇਸ ਗੱਲ ਨੂੰ ਮੰਨਦੇ ਸਾਡਾ ਐਡਾ ਵੱਡਾ ਨੁਕਸਾਨ ਹੋ ਗਿਆ, ਤੁਸੀਂ ਉਸ ਗੱਲ ਨੂੰ ਮੰਨਿਆ ਹੀ ਕਿਉਂ? ਜਿਵੇਂ ਕਹਿ ਗਏ ਹਾਂਜੀ ਮੰਗਲਵਾਰ ਕੱਪੜੇ ਨਹੀਂ ਧੋਣੇ, ਵੀਰਵਾਰ ਕੱਪੜੇ ਨਹੀਂ ਧੋਣੇ, ਸ਼ਨੀਵਾਰ ਕੱਪੜੇ ਨਹੀਂ ਧੋਣੇ, ਨਾ ਕੱਪੜੇ ਧੋਣੇ ਨਾ ਸਿਰ ਧੋਣਾ ਜੀ, ਹਨਾ। ਤੇ ਮੇਰੇ ਵਿਚਾਰ ਨਾਲ ਮੈਂ ਕਹਿੰਦੀ ਹਾਂ ਕਿ ਕੋਈ ਸਿਆਣਾ ਬਜ਼ੁਰਗ, ਜਿਵੇਂ ਕਿ ਸਾਡੇ ਪੁਰਾਣੇ ਸਮੇਂ 'ਚ ਦਾਦਾ ਪੜਦਾਦੇ ਦੇ ਟਾਈਮ ਦੇ ਵਿੱਚ ਖੇਤੀਬਾੜੀ ਦੇ ਕੰਮ ਹੁੰਦੇ ਸੀ, ਵੱਡੀ ਜੁਆਇੰਟ ਫੈਮਲੀਆਂ ਹੁੰਦੀਆਂ ਸੀ, ਔਰਤਾਂ ਵਿਚਾਰੀਆਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਸੀ, ਨਾਲੇ ਬੱਚੇ ਸਾਂਭਦੀਆਂ ਸੀ, ਹੈਨਾ। ਤੇ ਕਿਸੇ ਸਿਆਣੇ ਨੇ ਮੈਨੂੰ ਲੱਗਦਾ ਕਿ ਬਣਾ ਦਿੱਤਾ ਕਿ ਇੱਕ ਦਿਨ ਔਰਤ ਇਹ ਕੰਮ ਕਰੇ, ਇੱਕ ਦਿਨ ਔਰਤ ਇਹ ਕੰਮ ਕਰੇ, ਰੈਸਟ ਹੋ ਜਾਏਗਾ, ਰਾਈਟ ਜੀ। ਸੋਮਵਾਰ ਨੂੰ ਆਪਾਂ ਕੱਪੜੇ ਲਿੱਤੇ, ਧੋਤੇ, ਪ੍ਰੈਸ ਕੀਤੇ, ਤੈਅ ਕੀਤੇ ਜਾਂ ਕੁਝ ਵੀ ਕੀਤਾ ਤੇ ਥੱਕ ਗਏ, ਸਾਰਾ ਘਰ ਦਾ ਕੰਮ ਵੀ ਕੀਤਾ, ਤੇ ਚਲੋ ਜੀ ਮੰਗਲਵਾਰ ਨੂੰ ਰੈਸਟ ਹੋ ਗਈ, ਬੁੱਧਵਾਰ ਨੂੰ ਫੇਰ ਉਹੀ ਸਾਰਾ ਕੰਮ ਕੀਤਾ ਤੇ ਵੀਰਵਾਰ ਨੂੰ ਰੈਸਟ ਹੋ ਗਈ, ਜੋ ਕਿ ਮੈਂ ਮੰਨਦੀ।
ਤੇ ਵਰਤਾਂ ਦਾ ਵੀ ਇਦਾਂ ਹੀ ਹੈ ਕਿ ਡਾਕਟਰ ਵੀ ਕਹਿੰਦੇ ਆ ਜਿਹੜੇ ਅਸੀਂ ਵਰਤ ਰੱਖਦੇ ਆ, ਫਾਸਟ ਰੱਖਦੇ ਆ, ਸਾਡੀ ਬਾਡੀ ਦੇ ਲਈ ਬਹੁਤ ਅੱਛੇ ਨੇ। ਵੀਕ ਦੇ ਵਿੱਚ ਅਗਰ ਇੱਕ ਫਾਸਟ ਰੱਖਿਆ ਜਾਏ ਤਾਂ ਮਤਲਬ ਸਾਡਾ ਜਿਹੜਾ ਅੰਦਰਲਾ ਸਿਸਟਮ ਹੈ ਉਹ ਕਲੀਨ ਹੋ ਜਾਂਦਾ। ਉਹਦਾ ਇੱਕ ਵਿਗਿਆਨਿਕ ਤੱਥ ਹੈਗਾ, ਸਾਇੰਸ ਉਸ ਗੱਲ ਨੂੰ ਮੰਨਿਆ ਜਾ ਸਕਦਾ। ਪਰ ਸਾਡੇ ਭਾਰਤ ਦੇ ਵਿੱਚ ਕੁਝ ਜ਼ਿਆਦਾ ਹੀ ਉਹਨਾਂ ਨੂੰ ਵਰਤਾਂ ਨੂੰ ਲੈ ਕੇ ਕੁਝ ਜ਼ਿਆਦਾ ਹੀ ਮਤਲਬ ਵਹਿਮ ਪਾਲੇ ਹੋਏ ਹਨ ਕਿ ਇਦਾਂ ਨਿਰਜਲਾ ਹੈ, ਇਹ ਹੈ ਉਹ। ਆਪਾਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਰਹੇ, ਲੇਕਿਨ ਗੱਲ ਆਉਂਦੀ ਹੈ ਕਿ ਜਿੱਥੇ ਜਦੋਂ ਆਪਾਂ ਬਹੁਤੇ ਵਹਿਮਾਂ ਦੇ ਵਿੱਚ ਪੈਂਦੇ ਆ, ਮੰਨ ਲਓ ਹੁਣ ਕਿਸੇ ਨੇ ਵਰਤ ਰੱਖ ਲਿਆ ਪਰ ਉਹਨੂੰ ਮੈਡੀਸਨ ਬਹੁਤ ਲਾਜ਼ਮੀ ਹੈ, ਮੈਡੀਸਨ ਵੀ ਨਹੀਂ ਖਾਏਗਾ ਫਾਸਟ ਦੇ ਵਿੱਚ ਤੇ ਨਤੀਜਾ ਕੀ ਨਿਕਲਦਾ? ਜਾਂ ਤਾਂ ਉਹਦੀ ਤਬੀਅਤ ਜ਼ਿਆਦਾ ਵਿਗੜ ਜਾਂਦੀ ਹੈ ਤੇ ਜਾਂ ਫਿਰ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਜੀ, ਹੈ ਨਾ। ਇਸ ਤਰ੍ਹਾਂ ਦੀ ਵੀ ਹੈਗੇ ਨੇ। ਤੇ ਬਾਕੀ ਹੈ ਕਾਲੀ ਬਿੱਲੀ ਵਾਲਾ, ਕੱਪੜੇ ਧੋਣ ਵਾਲਾ, ਨਹੁੰ ਨਹੀਂ ਕੱਟਣੇ, ਬਿੱਲੀ ਰਸਤਾ ਕੱਟ ਗਈ, ਅੱਗੇ ਨਹੀਂ ਜਾਣਾ, ਅੱਜ ਸ਼ੁਭ ਦਿਨ ਨਹੀਂ ਹੈ, ਇਹ ਕੰਮ ਨਹੀਂ ਕਰਨਾ। ਤੇ ਪਰਮਾਤਮਾ ਨੇ ਤੇ ਕੋਈ ਨਾ ਮੌਤ ਵੇਲੇ ਸਮਾਂ ਵੇਖਿਆ ਨਾ ਜੰਮਣ ਵੇਲੇ ਸਮਾਂ ਵੇਖਿਆ, ਹੈ ਨਾ ਜੀ। ਸੋ ਮੇਰੇ ਹਿਸਾਬ ਦੇ ਨਾਲ ਤੇ ਕਿਸੇ ਸਿਆਣੇ ਨੇ ਇੱਕ ਸਿਰਫ ਰੈਸਟ ਦੇਣ ਵਾਸਤੇ ਬਾਡੀ ਨੂੰ ਇਹ ਨਿਯਮ ਬਣਾਏ ਹੋਣਗੇ ਜਿਨ੍ਹਾਂ ਨੂੰ ਅੱਗੇ ਚੱਲ ਕੇ ਸਾਡੇ ਲੋਕਾਂ ਨੇ ਅਸੀਂ ਉਹਨਾਂ ਨੂੰ ਇੱਕ ਧਾਰਨਾ ਬਣਾ ਲਈ ਕਿ ਨਹੀਂ ਜੀ ਇਦਾਂ ਹੀ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਜੀ ਮੇਰਾ ਇਸ ਬਾਰੇ ਇਹ ਮੰਨਣਾ ਹੈਗਾ ਕਿ ਜਿਹੜੀ ਚੀਜ਼ ਨੂੰ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਨਾ, ਮੰਨ ਲੈਂਦੇ ਹੋ, ਹਾਂਜੀ, ਤੁਸੀਂ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੰਦੇ ਹੋ ਤੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ, ਉਦਾਂ ਤੁਸੀਂ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਹਾਡਾ ਐਕਸ਼ਨ ਉਦਾਂ ਦਾ ਹੋ ਜਾਂਦਾ। ਬਿਲਕੁਲ। ਮੇਰੇ ਖਿਆਲ ਦੇ ਵਿੱਚ ਤਾਂ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ ਐਸਾ ਵੱਡਾ ਕਿ ਬਈ ਅੱਜ ਵੀਰਵਾਰ ਆ ਤੇ ਅੱਜ ਆਹ ਨਹੀਂ ਕਰਨਾ, ਮੰਗਲਵਾਰ ਆ ਤੇ ਆਹ ਨਹੀਂ ਕਰਨਾ। ਮੈਨੂੰ ਲੱਗਦਾ ਕਿ ਜੇ ਬੰਦਾ ਰੱਬ ਤੋਂ ਜਿੰਨਾ ਦੂਰ ਹੋਵੇਗਾ ਨਾ, ਉਹਨਾਂ ਉਹ ਇਹਨਾਂ ਚੀਜ਼ਾਂ ਦੇ ਜ਼ਿਆਦਾ ਨੇੜੇ ਹੋ ਜਾਏਗਾ। ਹੋਇਆ ਕੀ ਕਿ ਅਸੀਂ ਰੱਬ ਤੋਂ ਦੂਰ ਹੋ ਗਏ, ਅਸੀਂ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਅਸੀਂ ਨੇੜੇ ਹੋ ਗਏ ਜ਼ਿਆਦਾ। ਤੇ ਕਹਿੰਦੇ ਨੇ ਕਿ ਜਦੋਂ ਬੰਦਾ ਸੱਚ ਦੇ ਵਿੱਚ ਆਉਂਦਾ ਆ ਤੇ ਉਹਨੂੰ ਝੂਠ ਜਿਹੜਾ ਉਹ ਚੰਗਾ ਨਹੀਂ ਲੱਗਦਾ, ਜਿਹੜਾ ਬੰਦਾ ਝੂਠ ਦੇ ਵਿੱਚ ਆ ਜਾਏ ਤੇ ਉਹਨੂੰ ਸੱਚ ਚੰਗਾ ਨਹੀਂ ਲੱਗਦਾ। ਸੋ ਹੁਣ ਇਸੇ ਤਰ੍ਹਾਂ ਹੀ ਇਹਦੀ ਕਹਾਣੀ ਆ ਕਿ ਜਿਹੜਾ ਬੰਦਾ ਅਕਾਲ ਪੁਰਖ ਪਰਮਾਤਮਾ ਰੱਬ ਦੇ ਨੇੜੇ ਹੋ ਜਾਏਗਾ ਤੇ ਉਹ ਇਹਨਾਂ ਚੀਜ਼ਾਂ ਤੋਂ ਉਹਨੂੰ ਖਿਆਲ ਹੀ ਨਹੀਂ ਆਏਗਾ, ਇਹਨਾਂ ਚੀਜ਼ਾਂ ਦਾ ਉਹਦਾ ਡਰ ਹੀ ਖਤਮ ਹੋ ਜਾਏਗਾ, ਉਹਦੇ ਵਿੱਚ ਭੈ ਹੀ ਨਹੀਂ ਰਹਿ ਜਾਏਗਾ, ਉਹ ਮਾਲਕ ਦੀ ਤਰ੍ਹਾਂ ਨਿਰਭਉ ਨਿਰਭੈਰ, ਉਹਨੂੰ ਨਾ ਕਿਸੇ ਨਾਲ ਬੈਰ ਰਹਿ ਜਾਏਗਾ, ਉਹਦੇ ਚ ਕੁਆਲਿਟੀਜ਼ ਆਪਣੇ ਆਪ ਆਉਣੀਆਂ ਸਟਾਰਟ ਹੋ ਜਾਣਗੀਆਂ। ਤੇ ਜਿਹੜਾ ਬੰਦਾ ਰੱਬ ਦੇ ਦੂਰ ਆ ਤੇ ਫਿਰ ਉਹ ਏਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਛੇਤੀ ਕੈਚ ਕਰ ਲੈਂਦਾ ਆ। ਕਿ ਕਿਸੇ ਨੇ ਕਿਹਾ ਕਿ ਦੁਖੀ ਤਾਂ ਦੇਖੋ, ਦੁੱਖ ਸੁੱਖ ਦੋ ਦਰ ਕੱਪੜੇ ਪਹਿਨੇ ਜਾਏ ਮਨੁੱਖ, ਦੁੱਖ ਸੁੱਖ ਤਾਂ ਜਿਹੜੇ ਉਹ ਲਾਈਫ ਦੇ ਵਿੱਚ ਆਉਣਾ ਹੀ ਆ। ਤੇ ਜਦੋਂ ਕੋਈ ਥੋੜਾ ਕਿਸੇ ਨੂੰ ਦੁੱਖ ਪੈਂਦਾ ਆ ਤੇ ਉਹ ਦੂਸਰੇ ਬੰਦੇ ਨਾਲ ਸ਼ੇਅਰ ਕਰਦਾ ਕਿ ਵੀ ਮੈਨੂੰ ਦੁੱਖ ਪੈ ਗਿਆ, ਉਹ ਕਹਿੰਦਾ ਅੱਛਾ ਤੂੰ ਕਿਤੇ ਆਹ ਕੰਮ ਤਾਂ ਨਹੀਂ ਕਰਦਾ, ਜਾਂ ਤੂੰ ਇਹ ਜੇ ਕਿ ਨਹੀਂ ਆਹ ਕੰਮ ਕਰਨੇ ਸਟਾਰਟ ਕਰ ਦੇ ਤਾਂ ਫਿਰ ਤੇਰਾ ਜਿਹੜਾ ਆ ਉਹ ਦੁੱਖ ਕੱਟਿਆ ਜਾਊਗਾ। ਕਿਉਂ ਕਿ ਉਹ ਬੰਦਾ ਖੁਦ ਵੀ ਮਾਲਕ ਦੇ ਨੇੜੇ ਨਹੀਂ ਹੁੰਦਾ, ਉਹ ਉਹਨੂੰ ਵੀ ਲਾ ਨਹੀਂ ਸਕਦਾ। ਜੇ ਕੋਈ ਖੁਦ ਅਕਾਲ ਪੁਰਖ ਦੇ ਨੇੜੇ ਵਾਲਾ ਬੰਦਾ ਹੋਏਗਾ ਤੇ ਉਹਨੂੰ ਕੋਈ ਆ ਕੇ ਕਹੇਗਾ ਕਿ ਮੈਨੂੰ ਤਾਂ ਦੁੱਖ ਆ ਗਿਆ, ਮੇਰਾ ਹੱਲ ਕੀ ਆ, ਉਹ ਕਹੇਗਾ ਬਈ ਮਾਲਕ ਨੂੰ ਮੰਨ, ਅਰਦਾਸ ਕਰ ਤੇ ਅਕਾਲ ਪੁਰਖ ਦੇ ਨੇੜੇ ਹੋ, ਅੱਛਾ ਕਰਮਾ ਕਰਨਾ ਸਟਾਰਟ ਕਰ ਤੇ ਆਪਣੇ ਆਪ ਤੇਰਾ ਦੁੱਖ ਘਟਣਾ ਸ਼ੁਰੂ ਹੋ ਜਾਊਗਾ। ਜਦੋਂ ਹੁਣ ਮੈਨੂੰ ਕੋਈ ਪੁੱਛ ਲੈ ਕਿ ਬਈ ਕਿੱਦਾਂ ਜੀ ਦੁੱਖ ਕਿੱਦਾਂ ਘਟੂ ਮੇਰਾ, ਮੈਂ ਕਹਿੰਦੀ ਅੱਛਾ ਕਰਮਾ ਸਟਾਰਟ ਕਰ ਦੋ, ਹੌਲੀ ਹੌਲੀ ਜਿੱਦਾਂ ਜਿੱਦਾਂ ਅੱਛਾ ਕਰਮਾ ਕਰਦੇ ਜਾਓਗੇ, ਆਪਣੇ ਆਪ ਨੂੰ ਅੱਛੇ ਬਣਾਉਂਦੇ ਜਾਓਗੇ, ਦੁੱਖ ਆਪਣੇ ਆਪ ਘਟਣੇ ਤੁਹਾਡੇ ਬੰਦ ਹੋ ਜਾਣਗੇ। ਤੁਸੀਂ ਇਹ ਕਰਕੇ ਦੇਖੋ। ਔਰ ਕੁਛ ਲੋਕ ਕਰਦੇ ਵੀ ਆ, ਦੁੱਖ ਘਟ ਵੀ ਜਾਂਦੇ ਨੇ। ਔਰ ਕੀ ਮੇਰੇ ਕਹਿਣ ਦਾ ਮਤਲਬ ਕੀ ਆ ਕਿ ਇਹ ਜਿਹੜੀਆਂ ਚੀਜ਼ਾਂ ਨਾ, ਇਹ ਸਾਡੇ ਅੰਦਰ ਜੋ ਵਿਸ਼ਵਾਸ ਬਚਪਨ ਦੇ ਵਿੱਚ ਪੈ ਗਿਆ ਉਹ ਨਹੀਂ ਜਾ ਸਕਦਾ, ਬਹੁਤ ਮੁਸ਼ਕਲ ਜਾਏਗਾ। ਔਰ ਉਹਨੂੰ ਉਸ ਵਿਸ਼ਵਾਸ ਅੰਧ ਵਿਸ਼ਵਾਸ ਨੂੰ ਆਪਣੇ ਅੰਦਰੋਂ ਕੱਢਣ ਲਈ ਤੁਹਾਨੂੰ ਇੱਕੋ ਹੀ ਰਸਤਾ ਆ, ਅਕਾਲ ਪੁਰਖ ਦੇ ਨੇੜੇ ਹੋਣਾ। ਮੈਂ ਤੁਹਾਨੂੰ ਦੱਸਦੀ ਥੋੜਾ ਜਿਹਾ, ਮੇਰੇ ਮਾਤਾ ਜੀ ਆਏ ਇੰਡੀਆ ਤੋਂ। ਜਦੋਂ ਮੇਰੇ ਮਾਤਾ ਜੀ ਇੰਡੀਆ ਤੋਂ ਆਏ ਤਾਂ ਕਹਿੰਦੇ ਕਿ ਬੇਟਾ ਤੇਰੇ ਡੈਡੀ ਦੀ ਅੱਜ ਬਰਸੀ ਆ ਤੇ ਗੁਰਦੁਆਰਾ ਸਾਹਿਬ ਕੁਛ ਦੇ ਆ। ਮੈਂ ਕਿਹਾ ਮੰਮੀ ਅੱਜ ਹੀ ਕਿਉਂ, ਮੈਂ ਤਾਂ ਰੋਜ਼ ਕੋਈ ਨਾ ਕੁਝ ਜਦੋਂ ਜਾਂਦੀ ਮੈਂ ਵੀ ਲੈ ਜਾਂਦੀ, ਚਲੋ ਲੰਗਰ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਹਨਾ। ਤੇ ਮਹਾਰਾਜ ਨੇ ਕਿਹਾ ਕਿ ਵੰਡ ਛਕੋ ਹਨਾ, ਤੇ ਵੰਡ ਕੇ ਛਕਣਾ ਚਾਹੀਦਾ ਉਹਦੇ ਮੁਤਾਬਕ। ਤੇ ਮੈਂ ਕਿਹਾ ਵੀ ਅੱਜ ਮੰਮੀ ਤੁਸੀਂ ਕਿਉਂ ਏਦਾਂ ਕਿਹਾ, ਕਿਉਂਕਿ ਤੇਰੇ ਨਾ ਫਾਦਰ ਸਾਹਿਬ ਇਸ ਦਿਨ ਪੂਰੇ ਹੋਏ ਸੀਗੇ। ਮੈਂ ਕਿਹਾ ਫਿਰ ਨਾ ਏਦਾਂ ਕਰਕੇ ਕਹਿੰਦੇ ਆ ਵੀ ਉਦਣ ਦੇਈਦਾ ਹੁੰਦਾ। ਮੈਂ ਕਿਹਾ ਨਹੀਂ, ਮੈਨੂੰ ਉਹ ਦੱਸੋ, ਮੈਨੂੰ ਚੰਗੀ ਤਰ੍ਹਾਂ ਸਮਝਾਓ ਵੀ ਕਿਉਂ, ਵੀ ਜਾਂ ਅੱਜ ਫਾਦਰ ਸਾਹਿਬ ਦੇ ਕੋਲ ਫੂਡ ਚਲ ਜਾਊਗਾ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਕੇ ਆਉਂਗੀ ਵੀ ਅੱਜ ਫਾਦਰ ਸਾਹਿਬ ਖਾ ਲੈਣਗੇ,
ਵੀ ਆਪੇ ਤਾਂ ਆਪਾਂ ਕਹਿੰਦੇ ਆ ਕਿ ਬਈ ਜਿਹੜੀ ਪਾਣੀ ਦਾ ਬੁਲਬੁਲਾ ਇਹ ਤੇ ਸਰੀਰ ਮਿੱਟੀ ਨਾਲ ਮਿੱਟੀ ਹੋ ਜਾਂਦਾ ਤੇ ਜਿਹੜੀ ਆਤਮਾ ਜਿੱਥੋਂ ਆਈ ਆ ਵਾਪਸ ਪਰਮਾਤਮਾ ਕੋਲ ਚਲੇ ਜਾਂਦੀ ਆ ਤੇ ਪਰਮਾਤਮਾ ਉਸ ਦੇ ਅਕੋਰਡਿੰਗ ਜੋ ਵੀ ਅੱਗੇ ਉਹਦੀ ਹੈਗੀ ਆ ਕਾਨੂੰਨ ਉਸ ਤਰ੍ਹਾਂ ਕਰਦੇ ਨੇ, ਰਾਈਟ। ਉਹ ਤਾਂ ਭੇਤ ਹੀ ਨਹੀਂ ਕਿਸੇ ਨੂੰ ਵੀ ਕੀ ਕਰਦੇ ਨੇ ਅਕਾਲ ਪੁਰਖ, ਰਾਈਟ। ਬਿਲਕੁਲ। ਮੈਂ ਕਿਹਾ ਮੰਮੀ ਫਿਰ ਏਦਾਂ ਕਿਉਂ ਨਹੀਂ, ਏਦਾਂ ਨਹੀਂ ਗੱਲਾਂ ਨਹੀਂ ਬਹੁਤੀਆਂ ਕਰੀਦੀਆਂ ਹੁੰਦੀਆਂ। ਮੈਂ ਕਿਹਾ ਨਹੀਂ ਮੈਂ ਨਹੀਂ ਏਦਾਂ ਕਰਨਾ। ਔਰ ਫਿਰ ਮੈਂ ਉਹਨਾਂ ਨੂੰ ਏਦਾਂ ਸਮਝਾਇਆ, ਮੈਂ ਕਿਹਾ ਮਾਤਾ ਜੀ ਤੁਸੀਂ ਨਾ ਰੱਬ ਤੋਂ ਦੂਰ ਹੋ ਕੇ ਤਾਂ ਤੁਹਾਨੂੰ ਡਰ ਲੱਗਦਾ ਏਦਾਂ ਦੀਆਂ ਚੀਜ਼ਾਂ ਤੋਂ। ਤੁਸੀਂ ਹੋਰ ਪਹਿਲਾਂ ਵੈਸੇ ਵੀ ਉਹ ਸਵੇਰੇ ਪਾਠ ਕਰਦੇ ਹੁੰਦੇ ਸੀ ਰੋਜ਼, ਉਹਨਾਂ ਨੇ ਮਾਲਾ ਫੇਰਦੇ ਹੁੰਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਪਰ ਉਸ ਚੀਜ਼ ਨੂੰ ਸਮਝੇ ਨਹੀਂ ਸੀ। ਔਰ ਮੈਂ ਉਹਨਾਂ ਨੂੰ ਉਸ ਚੀਜ਼ ਨੂੰ ਸਮਝਾਇਆ ਤੇ ਅੱਜ ਉਹ ਕਹਿੰਦੇ ਠੀਕ ਹੈ ਬੇਟਾ, ਗੁੱਡ ਆ, ਠੀਕ ਹੈ। ਮੇਰੇ ਫਾਦਰ ਸਾਹਿਬ ਦੀ ਰਿਸਪੈਕਟ ਕਰਦੇ ਅਸੀਂ, ਉਹਨਾਂ ਨੇ ਸਾਨੂੰ ਬੜਾ ਕੁਝ ਦਿੱਤਾ, ਉਹਨਾਂ ਦਾ ਸਤਿਕਾਰ ਕਰਦੇ ਹਾਂ ਵੀ ਠੀਕ ਹੈ ਵਧੀਆ। ਪਰ ਆਹ ਜਿਹੜੇ ਅੰਧ ਵਿਸ਼ਵਾਸ ਆ ਇਹ ਮੈਨੂੰ ਲੱਗਦਾ ਵਧੀਆ ਨਹੀਂ ਹੈਗੇ। ਤੇ ਮੈਨੂੰ ਇੱਥੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਨਹੀਂ ਮੰਮੀ, ਇਹ ਸਹੀ ਨਹੀਂ ਹੈਗਾ, ਇਹ ਨਹੀਂ ਹੋ ਸਕਦਾ। ਸੋ ਇਸ ਕਰਕੇ ਮੇਰੇ ਖਿਆਲ ਚ ਉੱਤੇ ਕੁਝ ਫਰਕ ਵੀ ਨਹੀਂ ਪਿਆ। ਉਸ ਤੋਂ ਬਾਅਦ ਕੋਈ ਇਹ ਨਹੀਂ ਕਿ ਸਾਨੂੰ ਬੜਾ ਵੱਡਾ ਨੁਕਸਾਨ ਹੋ ਗਿਆ ਜੀ, ਅਸੀਂ ਇਹ ਕੀਤਾ ਨਹੀਂ। ਜਿਹੜੇ ਲੋਕ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਆ, ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਇੱਕ ਵਾਰੀ ਇਸ ਚੱਕਰ ਚੋਂ ਨਿਕਲ ਕੇ ਦੇਖੋ, ਤੁਹਾਡੇ ਵਿੱਚੋਂ ਕਿੰਨਾ ਵੱਡਾ ਬੋਝ ਉਤਰ ਜਾਏਗਾ ਔਰ ਤੁਸੀਂ ਆਟੋਮੈਟਿਕਲੀ ਉਸ ਰੱਬ ਦੇ ਬੜੇ ਨੇੜੇ ਚਲੇ ਜਾਓਗੇ ਆਟੋਮੈਟਿਕਲੀ। ਰੋਜ਼ ਮੈਂ ਇੱਕ ਗੱਲ ਤੁਹਾਡੀ ਵੱਡੀ ਕਰਦੀ ਹਾਂ, ਲੋਕ ਇੰਨੇ ਕੁ ਜ਼ਿਆਦਾ, ਅੱਛਾ ਤੁਸੀਂ ਅਨਪੜ੍ਹ ਕਹੋ ਨਾ, ਪੁਰਾਣੇ ਸਮੇਂ ਦੀ ਗੱਲ ਕਰੋ ਤਾਂ ਆਪਾਂ ਕਹਿੰਦੇ ਉਹਨਾਂ ਨੂੰ ਨੌਲੇਜ ਨਹੀਂ ਸੀ, ਅਨਪੜ੍ਹ ਸੀ ਜਾਂ ਕਿਸ ਤਰ੍ਹਾਂ ਸੀ। ਹੁਣ ਦੇ ਪੀੜ੍ਹੀ ਦਾ ਪੜ੍ਹੇ ਲਿਖੀ ਹੈ, ਐਜੂਕੇਸ਼ਨਲ ਲੋਕ ਵੀ, ਪੜ੍ਹੇ ਲਿਖੇ ਹਾਈ ਐਜੂਕੇਸ਼ਨ ਲੈਵਲ ਵਾਲੇ ਲੋਕ ਵੀ ਜਿਹੜੇ ਨੇ ਇਹਨਾਂ ਚੱਕਰਾਂ ਦੇ ਵਿੱਚ ਫਸੇ ਹੋਏ। ਹੁਣ ਤੁਸੀਂ ਦੇਖੋਗੇ, ਹੁਣ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ, ਵੱਡੇ ਵੱਡੇ ਮੰਤਰੀ ਵੀ, ਵੱਡੇ ਵੱਡੇ ਬਾਲੀਵੁੱਡ ਸਟਾਰ ਵੀ ਹੈ, ਤੁਸੀਂ ਦੇਖੋ ਕਦੀ ਕਿਸੇ ਬਾਬੇ ਦੇ ਕਦੀ ਕਿਸੇ ਮਾਤਾ ਦੇ ਹਾਜ਼ਰੀ ਲਵਾਉਣ ਪਹੁੰਚੇ ਹੁੰਦੇ। ਰੱਬ ਦੇ ਨੇੜੇ ਨਹੀਂ ਨਾ ਹੈਗੇ। ਦੇਖੇ ਜਿਹੜੀ ਪੜ੍ਹਾਈ ਆ, ਪੜ੍ਹਾਈ ਦਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪੜ੍ਹਾਈ ਇਹਦੇ ਚ ਨਹੀਂ ਕੁਝ ਕਰ ਸਕਦੀ। ਜਦੋਂ ਆਉਂਦੀ ਲੈਕਚਰ ਦੀ ਗੱਲ ਤਾਂ ਉਹੀ ਲੀਡਰ, ਉਹੀ ਐਕਟਰ ਐਕਟਰੈਸ ਜੋ ਵੀ ਹੈਗੇ ਨੇ ਉਹ ਬੜਾ ਭਾਸ਼ਣ ਦੇ ਰਹੇ ਹੁੰਦੇ ਹਨ ਕਿ ਅੰਧ ਵਿਸ਼ਵਾਸ ਹੈ, ਭਾਰਤ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਜੀ, ਇਦਾਂ ਨਹੀਂ ਕਰਨਾ ਚਾਹੀਦਾ। ਉਹ ਤੁਸੀਂ ਖੁਦ ਹੀ ਤਾਂ ਪੈਦਾ ਕਰ ਰਹੇ ਹੋ। ਉੱਥੇ ਸੋਸ਼ਲ ਐਂਜ਼ਾਈਟੀ ਕਰਕੇ ਜੀ, ਸਾਡੇ ਨਾ ਸੋਸ਼ਲ ਐਂਜ਼ਾਈਟੀ ਬਹੁਤ ਹੈ ਇੰਡੀਆ ਦੇ ਵਿੱਚ। ਇੱਕ ਹੋਰ ਜਿਹੜੀ ਸੋਸ਼ਲ ਐਂਜ਼ਾਈਟੀ ਉਹਦੇ ਕਰਕੇ ਹੋ ਰਿਹਾ ਸਾਰਾ ਕੁਝ। ਮੈਂ ਪਿੱਛੇ ਕਵਿਤਾ ਵੀ ਕਾਫੀ ਲੰਬੀ ਚੌੜੀ ਲਿਖੀ ਸੀ, ਉਹਦੇ ਵਿੱਚ ਹਾਸੋ ਹੀਣੀ ਵੀ ਗੱਲ ਹੈ, ਕਿਉਂਕਿ ਮੈਨੂੰ ਇੰਨਾ ਕੁ ਦੁਖੀ ਕਰ ਦਿੱਤਾ ਸੀ ਨਾ, ਮੇਰੇ ਜਿੰਨੇ ਵੀ ਆਪਣੇ ਕਮਿਊਨਿਟੀ ਦੇ ਲੋਕ ਨੇ, ਉਹਨਾਂ ਨੇ ਉਸ ਟਾਈਮ ਤੇ ਮੈਂ ਇੱਕ ਕਵਿਤਾ ਲਿਖੀ ਸੀ ਜਦੋਂ ਉਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਸੀ। ਸਵੇਰੇ ਹੀ ਉੱਠਣਾ ਤੇ ਲੈ ਜੀ ਵੀਡੀਓ ਆਈ ਹੈ, ਮੈਸੇਜ ਆਇਆ ਜੀ, ਇਹ ਮੈਸੇਜ ਇੰਨੀ ਵਾਰ ਅੱਗੇ ਸੈਂਡ ਕਰ ਦਿਓ ਤੇ ਤੁਹਾਡਾ ਇੰਨਾ ਵੱਡਾ ਫਾਇਦਾ ਹੋਏਗਾ, ਜੇ ਇਗਨੋਰ ਕੀਤਾ ਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਏਗਾ। ਇੱਕ ਤਾਂ ਸੰਡੇ ਨੂੰ ਬੰਦਾ ਵੈਸੇ ਹੀ ਸਾਰੇ ਹਫਤੇ ਦਾ ਕੰਮ ਕਰਕੇ ਰੈਸਟ ਕਰਦਾ, ਸਵੇਰੇ ਉੱਠਦੇ ਇਦਾਂ ਦਾ ਮੈਸੇਜ ਦੇਖ ਲੈਂਦਾ ਤੇ ਬੰਦੇ ਦਾ ਮੂਡ ਖਰਾਬ ਹੋ ਜਾਂਦਾ ਹੈ। ਔਰ ਆਟੋਮੈਟਿਕਲੀ ਸਾਡੇ ਜਿਹੜੇ ਜੀਨਸ ਹੈ ਨਾ ਇੰਡੀਅਨ, ਅੰਦਰ ਇਦਾਂ ਦੇ ਵਹਿਮ ਪੈਦਾ ਹੋ ਜਾਂਦੇ ਨੇ, ਆਪ ਨਹੀਂ ਪੈਦਾ ਹੋ ਜਾਂਦੇ ਨੇ। ਹਾਏ ਮੈਂ ਕਿਤੇ, ਅੱਛਾ ਮੈਂ ਨਹੀਂ ਕਰਾਂਗੀ ਤੇ ਕਿਸੇ ਹੋਰ ਨੂੰ ਤਾਂ ਹੁੰਦਾ ਹੀ ਹੋਏਗਾ, ਹਾਏ ਮੈਂ ਜੇ ਅੱਗੇ ਸੈਂਡ ਨਾ ਕੀਤਾ ਤੇ ਮੇਰਾ ਸੱਚੀ ਕੋਈ ਨੁਕਸਾਨ ਨਾ ਹੋ ਜਾਵੇ। ਅੱਛਾ ਬਿਲਕੁਲ ਏਦਾਂ ਨਹੀਂ ਹੁੰਦਾ, ਬਿਲਕੁਲ ਨੁਕਸਾਨ ਨਹੀਂ ਹੁੰਦਾ। ਜਰਾ ਮਾੜਾ ਮੋਟਾ ਵੀ ਕੁਝ ਹੋ ਗਿਆ, ਕੋਈ ਸਬਜ਼ੀ ਭਾਜੀ ਲੈਣ ਲੱਗਿਆ, ਕੋਈ ਇੱਕਾ ਦੁੱਕਾ ਰੁਪਈਏ ਦਾ ਵੀ ਨੁਕਸਾਨ ਹੋ ਗਿਆ, ਉਹ ਮੈਂ ਮੈਸੇਜ ਨਹੀਂ ਸੈਂਡ ਕੀਤਾ, ਅੱਗੇ ਹੋ ਸਕਦਾ ਤਾਂ ਹੀ ਹੋਇਆ। ਸੋ ਇਹ ਲੋਕਾਂ ਨੇ ਬੜੀ ਬੜੀ ਭੈੜੀ ਬਿਮਾਰੀ ਹੈ, ਜਿਨ੍ਹਾਂ ਦੇ ਵਿੱਚ ਮੈਂ ਇਹ ਨਹੀਂ ਕਹਾਂਗੀ ਜਾਂ ਪਿੰਡਾਂ ਦੇ ਲੋਕ ਜਾਂ ਅਨਪੜ੍ਹ ਸਾਰੇ। ਇਹਦੇ ਚ ਮੈਂ ਆ ਜਾਂਦੀ ਨਾ ਜੀ, ਮੈਂ ਆ ਜਾਂਦੀ ਕਿ ਮੈਂ ਕਰਦਾ ਸਭ ਕੁਝ, ਮੈਂ ਆ ਗਈ ਨਾ, ਮੈਂ ਅਕਾਲ ਪੁਰਖ ਨਹੀਂ ਨਾ ਰਿਹਾ ਵਿੱਚ, ਮੈਂ ਆ ਗਈ। ਭਗਵਾਨ ਜੀ ਦਾ ਜੀ, ਇਹ ਮਾਤਾ ਜੀ ਦਾ ਜੀ, ਇੰਨੀ ਵਾਰ 101 ਲੋਕਾਂ ਨੂੰ ਅੱਗੇ ਕਰੋ, ਬੜਾ ਵੱਡਾ ਫਾਇਦਾ ਹੋਏਗਾ, ਨਹੀਂ ਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਕਿਉਂ ਬਈ ਤੁਸੀਂ ਕੌਣ ਹੁੰਦੇ ਹੋ ਡਿਸਾਈਡ ਕਰਨ ਵਾਲੇ? ਤੁਸੀਂ ਰੱਬ ਦੇ ਜ਼ਿਆਦਾ ਭਗਤ ਹੋ। ਤੇ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਉਸ ਵਕਤ ਲੱਗਿਆ ਜਦੋਂ ਕੜਾਹ ਪ੍ਰਸ਼ਾਦ ਦੀ ਫੋਟੋ ਭੇਜ ਕੇ ਮੈਨੂੰ ਨੀਚੇ ਲਿਖਿਆ ਹੋਇਆ ਕਿ ਜੇ ਤੁਸੀਂ ਵਾਹਿਗੁਰੂ ਨੂੰ ਮੰਨਣ ਵਾਲੇ ਹੋ ਸੱਚੇ ਦਿਲ ਨਾਲ, ਇਹਨੂੰ 51 ਵਾਰੀ ਅੱਗੇ ਕਰ ਦਿਓ, ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਏਗਾ। ਉਹ ਤੁਸੀਂ ਗੁਰੂ ਅਸੀਂ ਕਹਿੰਦੇ ਸੀ ਸਾਡਾ ਸਿੱਖ ਧਰਮ ਜਿਹੜਾ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਕਰਦਾ, ਤੁਸੀਂ ਉਹਨੂੰ ਵੀ ਨਹੀਂ ਛੱਡਿਆ। ਦੇਖੋ ਜੀ ਜ਼ਰੂਰੀ ਨਹੀਂ ਹੈ, ਪਤਾ ਨਹੀਂ ਨਾ ਸਾਨੂੰ ਇਹ ਕਿਹਨੇ ਮੈਸੇਜ ਕੀਤਾ ਆ, ਉਹ ਬੰਦਾ ਕਿਸ ਧਰਮ ਤੋਂ ਬਿਲੋਂਗ ਕਰਦਾ ਹੈ। ਇਹਦੇ ਚ ਧਰਮ ਦੀ ਕੋਈ ਗੱਲ ਨਹੀਂ ਕਿਸੇ ਦੀ ਵੀ, ਕੋਈ ਵੀ ਰੋਜ਼ ਜਦ ਆਪਾਂ ਨੂੰ ਆਪਣਿਆਂ ਕੋਲੋਂ ਆ ਰਹੇ ਆ ਨਾ ਜੀ, ਤੇ ਆਪ ਫਿਰ ਮੇਰੇ ਕੋਲ ਆ ਗਿਆ, ਮੈਂ ਡਰਦੀ ਨਹੀਂ ਅੱਗੇ ਸ਼ੇਅਰ। ਇਹਦੇ ਵਿੱਚ ਗੱਲ ਇਵੇਂ ਹੈਗੀ ਆ ਕਿ ਲੋਕ ਜਿਹੜੇ, ਮੈਂ ਉਹੀ ਗੱਲ ਕਹੂੰਗੀ, ਲੋਕਾਂ ਦਾ ਰੱਬ ਤੋਂ ਭਰੋਸਾ ਨਹੀਂ ਹੈਗਾ, ਔਰ ਲੋਕੀ ਜਿਹੜੇ ਨੇ ਉਹ ਰੱਬ ਤੋਂ ਡਰ ਰਹੇ ਨੇ, ਰੱਬ ਨੂੰ ਪਿਆਰ ਨਹੀਂ ਕਰ ਰਹੇ।
ਪਿਆਰ ਨਹੀਂ ਕਰ ਰਹੇ। ਜਦੋਂ ਅਸੀਂ ਮਹਾਰਾਜ ਨੂੰ ਪਿਆਰ ਕਰਨਾ ਸ਼ੁਰੂ ਕਰ ਦੇਵਾਂਗੇ ਨਾ, ਫਿਰ ਸਾਡੇ ਅੰਦਰੋਂ ਇਹ ਜਿਹੜੇ ਡਰ ਆ ਉਹ ਨਿਕਲ ਜਾਂਦੇ ਆ। ਜਿੱਦਣ ਅਸੀਂ ਮਹਾਰਾਜ ਤੋਂ ਡਰਾਂਗੇ, ਫਿਰ ਸਾਡੇ ਅੰਦਰ ਇਹ ਜਿਹੜੇ ਆ ਅੰਧ ਵਿਸ਼ਵਾਸ ਆ ਇਹ ਨਿਕਲਣਗੇ ਨਹੀਂ। ਇਸ ਕਰਕੇ ਤੁਸੀਂ ਰੱਬ ਨੂੰ ਪਿਆਰ ਕਰਨਾ ਸਟਾਰਟ ਕਰਕੇ ਦੇਖੋ ਸਹੀ ਇੱਕ ਵਾਰੀ। ਸਾਨੂੰ ਕੁਝ ਤੁਹਾਡੇ ਕੋਲ ਹੋਣਾ ਹੀ ਨਹੀਂ, ਇਹ ਚੀਜ਼ਾਂ ਤੁਹਾਡੇ ਕੋਲ ਆਣੀਆਂ ਹੀ ਨਹੀਂ, ਤੁਹਾਡੇ ਵਿਚਾਰ ਹੀ ਨਹੀਂ ਆਉਣੇ ਇਵੇਂ ਦੇ। ਇਹ ਸਮਝ ਨਹੀਂ ਹੁੰਦੀ ਬਈ ਤੁਸੀਂ ਕੌਣ ਹੋ ਰੱਬ ਦਾ ਡਿਸੀਜਨ ਲੈਣ ਵਾਲੇ ਕਿ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਜਾਂ ਭਲਾ ਕਰਨਾ, ਹੈਨਾ। ਇਹ ਬੰਦਾ ਵਿਚਾਰਾ ਕੰਮਕਾਰ ਤੋਂ ਥੱਕਿਆ ਹਾਰਾ ਰੈਸਟ ਕਰ ਰਿਹਾ, ਤੁਸੀਂ ਉਹਦੇ ਕੋਲ ਅਗਲੇ ਕੋਲ ਅਗਰ 1 ਮਿੰਟ ਰੈਸਟ ਦਾ ਵੀ ਟਾਈਮ ਨਹੀਂ, ਤੁਸੀਂ ਉਹਨੂੰ ਬੰਦਿਸ਼ ਦੇ ਰਹੇ ਹੋ ਕਿ ਹਾਂਜੀ ਜੀ ਇਹਨੂੰ 100 ਵਾਰੀ ਅੱਗੇ ਕਰਦੇ। ਹੁਣ ਉਹ ਤਾਂ ਵਿਹਲਾ ਹੋ ਕੇ ਤੁਹਾਡੇ ਲਈ ਬੈਠੇ, ਪਹਿਲਾਂ 100 ਬੰਦਿਆਂ ਨੂੰ ਅੱਗੇ ਕਰੇ, ਉਹ 100 ਬੰਦੇ ਫੇਰ ਅੱਗੇ ਕਰਨ ਲੱਗ ਗਏ ਇਸੇ ਕੰਮ ਤੇ ਕੰਮ ਕਰ ਛੱਡ ਕੇ, ਹੈ। ਤੇ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਜੀ ਹਾਂਜੀ ਤੁਹਾਡਾ ਨੁਕਸਾਨ ਹੋ ਜਾਏਗਾ। ਸੋ ਸਟਾਪ ਦੈਟ ਥਿੰਗ। ਮੈਂ ਤਾਂ ਰਿਕੁਐਸਟ ਕਰਦੀ ਜਿੰਨੇ ਵੀ ਹੁਣ ਦੇਖ ਰਹੇ ਆ ਜਾਂ ਬਾਅਦ ਚ ਵੀ ਦੇਖਣਗੇ, ਪਲੀਜ਼ ਏਦਾਂ ਦੇ ਮੈਸੇਜ ਨਾ ਅੱਗੇ ਕਰਿਆ ਕਰੋ। ਵਾਹਿਗੁਰੂ ਦੇ ਲੜ ਲੱਗੋ, ਵਾਹਿਗੁਰੂ ਤੋਂ ਡਰੋ ਨਹੀਂ। ਵਾਹਿਗੁਰੂ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦਾ। ਉੱਪਰ ਵਾਲਾ ਪਰਮੇਸ਼ਵਰ ਜੋ ਹੈ ਨਾ, ਉਹਨੂੰ ਤੁਸੀਂ 50 ਵਾਰੀ ਕਰੋ 100 ਵਾਰੀ ਕਰੋ ਨਾ ਕਰੋ, ਉਹ ਤੁਹਾਡਾ ਨੁਕਸਾਨ ਨਹੀਂ ਕਰਦਾ। ਤੁਸੀਂ ਉਹਦੇ ਬੱਚੇ ਹੋ, ਅਸੀਂ ਉਹਦੇ ਬੱਚੇ ਹਾਂ। ਜਿਸ ਅਸੀਂ ਔਲਾਦ ਪੈਦਾ ਕੀਤੀ ਹੈ, ਸਾਡੀ ਔਲਾਦ ਜੋ ਮਰਜ਼ੀ ਵੀ ਕਰੇ ਨਾ, ਤੇ ਅਸੀਂ ਉਹਨਾਂ ਨੂੰ ਗੁੱਸੇ ਹੁੰਦੇ ਹਾਂ, ਝਿੜਕਦੇ ਹਾਂ, ਪਰ ਨਾਰਾਜ਼ ਨਹੀਂ ਹੁੰਦੇ, ਨੁਕਸਾਨ ਨਹੀਂ ਕਰਦੇ ਔਲਾਦ ਦਾ, ਰਾਈਟ। ਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਹੈ, ਉਹਦੇ ਅਸੀਂ ਬੱਚੇ ਆ। ਉਹ ਸਾਨੂੰ ਡਾਂਟ ਸਕਦਾ ਹੈ। ਡਾਂਟਣ ਦਾ ਮਤਲਬ ਇਹ ਹੈ ਕਿ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਸਮਝਾ ਸਕਦਾ। ਕੋਈ ਦੁੱਖ ਤਕਲੀਫ ਸਾਡੀ ਜ਼ਿੰਦਗੀ ਦੇ ਆਪਣੇ ਕਮਾਏ ਹੁੰਦੇ ਆ, ਦੇਹਾਂ ਦੇ ਨਾਲ ਹੁੰਦੇ ਆ, ਪਰ ਇਹ ਨਹੀਂ ਕਿ ਉਹ ਸਾਡਾ ਨੁਕਸਾਨ ਕਰ ਦੇਗਾ ਅਸੀਂ ਉਹਨਾਂ ਨੂੰ ਮੈਸੇਜ ਨੂੰ ਫਾਰਵਰਡ ਨਹੀਂ ਕਰਾਂਗੇ ਤਾਂ ਜੀ। ਸੋ ਦਿਸ ਇਜ਼ ਵੈਰੀ ਰੋਂਗ ਥਿੰਗ। ਦੂਜਾ ਤਾਂ ਮੈਂ ਇਹ ਕਹਿੰਦੀ ਕਿ ਇਹ ਚੀਜ਼ਾਂ ਸਟਾਪ ਕਰੋ ਪਲੀਜ਼। ਤੇ ਤੀਜੀ ਗੱਲ ਆ ਗਈ ਆਪਣੇ ਕੋਲ ਰੋਜੀ ਬਾਬੇ ਜੀ। ਅੰਧ ਵਿਸ਼ਵਾਸ ਤੇ ਆਹ ਚੀਜ਼ਾਂ ਜਿਹੜੀਆਂ ਨੇ ਉਹ ਬਾਬੇ ਵੀ ਉਹੀ ਪੈਦਾ ਕਰਦੀਆਂ ਨੇ ਜੀ। ਅਬ ਇੱਥੇ ਕਿਰਪਾ ਰੁਕੀ ਹੈ, ਉੱਥੇ ਕਿਰਪਾ ਰੁਕੀ ਹੈ। ਸਾਡੇ ਦੇਖੋ ਮੈਨੂੰ ਰੋਜ਼ ਮੈਂ ਇੱਕ ਮਜ਼ਾਕ ਵਾਲੀ ਗੱਲ ਵੀ ਹੈਗੀ, ਹੱਸਣ ਵਾਲੀ ਗੱਲ ਵੀ ਹੈਗੀ। ਮੇਰਾ ਨਾ ਬਚਪਨ ਤੋਂ ਹੀ ਮੈਨੂੰ ਬੜਾ ਇਸ ਚੀਜ਼ ਦਾ ਐਕਸਪੈਰੀਮੈਂਟ, ਜਦੋਂ ਕਿਸੇ ਨੇ ਆਣਾ ਨਾ ਕਹਿਣਾ ਕਿ ਇਹ ਬੜਾ ਸਿਆਣਾ, ਮੈਂ ਜਾਣ ਕੇ ਸਾਡੇ ਘਰੇ ਇੱਕ ਨਾ ਬਜ਼ੁਰਗ ਆਉਂਦੇ ਸੀ, ਸਾਡੇ ਦੂਰ ਤੋਂ ਰਿਲੇਟਿਵ ਸੀ, ਕਹਿੰਦੇ ਸੀ ਕਿ ਸਿਆਣੇ ਆ ਤੇ ਉਹ ਕੀ ਕਰਦੇ ਆ ਆਪਣੇ ਝਾੜ ਫੂਕ ਜਾਂ ਕੁਝ ਕਰਦੇ ਆ ਤੇ ਠੀਕ ਹੋ ਜਾਂਦਾ ਸਾਰਾ ਕੁਝ। ਤੇ ਮੈਂ ਜਾਣ ਕੇ ਕਹਿਣਾ ਕਿ ਮੇਰੇ ਪੇਟ ਦਰਦ ਹੁੰਦੀ ਹੈ, ਹੈਨਾ। ਤੇ ਉਹਨੇ ਕਹਿਣਾ ਕਿ ਆ ਜਾ ਬੇਟਾ ਮੈਂ ਤੇਰਾ ਹੱਥ ਥੋੜਾ ਕਰਦਾ, ਠੀਕ ਹੋ ਜਾਣਾ। ਮੇਰੇ ਸਿਰ ਤੇ ਹੱਥ ਰੱਖਣਾ ਤੇ ਮੈਂ ਨੀਚੇ ਨੂੰ ਮੂੰਹ ਕਰਕੇ ਹੱਸ ਕੇ ਕਮਲੀ ਹੋ ਜਾਣਾ। ਤੇ ਉਹਨੇ ਪਤਾ ਨਹੀਂ ਕੀ ਪੜਨਾ ਤੇ ਕਹਿਣਾ ਕਿ ਆ ਗਿਆ ਰਾਮ, ਆ ਗਿਆ ਰਾਮ ਜੀ। ਮੈਂ ਹੱਸਣਾ ਤੇ ਮੇਰੀ ਮਦਰ ਨੇ ਨਾ ਤੇ ਮੇਰੀ ਖੂਬ ਡਾਂਟ ਡਪਟੀ ਕਰਨੀ, ਕਹਿਣਾ ਬੇਟੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਨਹੀਂ ਕਰੀਦਾ। ਮੈਂ ਕਿਹਾ ਮੰਮਾ ਇਹ ਕਿਉਂ, ਮਤਲਬ ਏਦਾਂ ਦੇ ਮਤਲਬ ਝਾੜ ਫੂਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਮਤਲਬ ਉਹ ਏਦਾਂ ਗੁਰੂ ਦੀ ਬਾਣੀ ਹੈਗੀ ਉਦਾਂ। ਹਾਂ ਚਲੋ ਤੁਸੀਂ ਕਹੋ ਕਿ ਹਾਂਜੀ ਪਾਠ ਕਰੋ ਬਾਬਾ ਜੀ ਦੇ। ਇੰਡੀਆ 'ਚ ਬੇਰੁਜ਼ਗਾਰੀ ਹੈ ਜੀ। ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਇੰਡੀਆ 'ਚ ਕਿਉਂ ਆ ਬੇਰੁਜ਼ਗਾਰੀ ਬਹੁਤ ਆ। ਹੁਣ ਮੇਰੇ ਵਰਗੀ ਨੂੰ ਖਾ ਖਾ ਕੇ ਪੋਟੀ ਲੱਗ ਗਈਆਂ, ਬਹੁਤ ਖਾ ਰਹੀ ਹੈ, ਮੈਨੂੰ ਲੱਗੇ ਟਟੀਆਂ। ਤੇ ਉਹ ਬਾਬਾ ਵਿਚਾਰਾ ਝਾੜ ਫੂਕ ਕਰਦਾ ਪਿਆ ਤੇ ਮੈਂ ਪੇਟ ਤੇ ਕੰਟਰੋਲ ਨਹੀਂ ਕਰਦੀ ਜੀਭ ਤੇ ਜੀ। ਉਹ ਪ੍ਰੀਤ ਜੀ ਅੰਧ ਵਿਸ਼ਵਾਸ ਇਸ ਲਈ ਉੱਥੇ ਇਦਾਂ ਦੀ ਜਿਹੜੇ ਤੁਸੀਂ ਕਹਿੰਦੇ ਆ ਕਿ ਉਹ ਬਾਬੇ ਫੂਕ ਮਾਰਦੇ ਨੇ, ਕੁਛ ਏਦਾਂ ਕਰਦੇ ਨੇ ਉੱਥੇ ਨਾ। ਉੱਥੇ ਕੰਮਕਾਜ ਜਿਹੜਾ ਇੰਡੀਆ ਦੇ ਵਿੱਚ ਜ਼ਿਆਦਾ ਨਹੀਂ ਆ, ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਉੱਥੇ ਨਾ। ਲੋਕਾਂ ਦੇ ਜਿਹੜੇ ਵਿਹਲੇ ਦਿਮਾਗ ਆ ਉਹ ਬਹੁਤੇ ਲੋਕਾਂ ਦੇ ਏਦਾਂ ਚੱਲਦੇ, ਜਿਨ੍ਹਾਂ ਕੋਲ ਜੌਬਾਂ ਨਹੀਂ ਹੈਗੀਆਂ। ਉਹ ਕਹਿੰਦੇ ਕਿ ਵੀ ਕਿਹੜਾ ਕੰਮ ਬੈਠੇ ਬੈਠੇ ਸੋਚਦੇ ਪੁੱਠਾ ਕਰੀਏ ਜਿਹਦੇ ਨਾਲ ਕੋਈ ਪੈਸੇ ਆਉਣੇ ਸ਼ੁਰੂ ਹੋ ਜਾਣ। ਕੋਈ ਲੋਕ ਤਾਂ ਉੱਥੇ 2 ਇੱਟਾਂ ਰੱਖ ਦਿੰਦੇ ਨੇ ਤੇ ਫਿਰ ਉਹਨੂੰ ਉੱਥੇ 4 ਦੋਸਤ ਲਿਆਉਂਦੇ ਨੇ। ਮੰਨੋ ਕਿ ਇੱਥੇ ਆਹ ਜਗ੍ਹਾ ਹੈਗੀ, ਫਿਰ ਹੌਲੀ ਹੌਲੀ ਉਹ ਜਗ੍ਹਾ ਵੱਡੀ ਹੋ ਜਾਂਦੀ ਆ, ਔਰ ਫਿਰ ਉੱਥੇ ਕੋਈ ਵੱਡੀ ਜਗ੍ਹਾ ਉੱਥੇ ਖੜੀ ਕਰ ਦਿੰਦੇ, ਬਣਾ ਕੇ ਪੂਜਣਾ ਸ਼ੁਰੂ ਕਰ ਦਿੰਦੇ। ਔਰ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਜੀ, ਇਹ ਬੇਰੁਜ਼ਗਾਰੀ ਕਰਕੇ ਹੈਗੀਆਂ ਆ। ਉੱਥੇ ਜੇ ਰੁਜ਼ਗਾਰ ਹੋਵੇ ਤੇ ਇੱਕ ਉੱਥੇ ਚੀਜ਼ਾਂ, ਇੱਕ ਇੰਡੀਆ ਦੇ ਵਿੱਚ ਸ਼ੋਅ ਆਫ ਬਹੁਤ ਹੈਗਾ ਆ। ਸ਼ੋਅ ਆਫ ਏਦਾਂ ਹੈਗਾ ਕਿ ਕਿਹਦੇ ਕੋਲ ਵੱਡੀ ਕਾਰ ਆ, ਕਿਹਦੇ ਕੋਲ ਵੱਡਾ ਮੋਟਰਸਾਈਕਲ ਆ, ਬਾਈਕ ਆ, ਔਰ ਕਿਹਦੇ ਕੋਲ ਵਧੀਆ ਕੱਪੜੇ ਆ, ਔਰ ਤੁਸੀਂ ਕੋਠੀ ਕਿੰਨੇ ਪਾਈ ਆ। ਉਹ ਇਹ ਜਿਹੜੀਆਂ ਚੀਜ਼ਾਂ ਨਾ ਸ਼ੋਅ ਆਫ ਆ, ਇਹ ਚੀਜ਼ਾਂ ਸਾਡੇ ਇੰਡੀਆ ਨੂੰ ਲੈ ਕੇ ਬਹਿ ਗਈ ਸ਼ੋਅ ਆਫ। ਏਦਾਂ ਨਹੀਂ ਕਹਿੰਦੇ ਕਿ ਵੀ ਜੇ ਕਿਸੇ ਕੋਲ ਸਾਈਕਲ ਆ ਤੇ ਬੰਦਾ ਸਾਈਕਲ ਤੇ ਵੀ ਜਾ ਸਕਦਾ ਤੇ ਉਹਦਾ ਪਰ ਮਨ ਖੁਸ਼ ਹੋਵੇ, ਕਿਰਤ ਦੀ ਕਮਾਈ ਕਰਕੇ ਖਾਵੇ ਤੇ ਆਪਣਾ ਗੁਜ਼ਾਰਾ ਕਰੇ। ਉੱਥੇ ਉਹ ਚੀਜ਼ ਹੈ ਨਹੀਂ ਹੁਣ। ਉੱਥੇ ਤਾਂ ਬਸ ਪਹਿਲੇ ਸਮਿਆਂ 'ਚ ਹੁੰਦੀ ਸੀਗੀ, ਜਦੋਂ ਆਪਾਂ ਛੋਟੇ ਸੀ, ਬੱਚੇ ਸੀ,
ਤੇ ਉਸ ਵੇਲੇ ਆਪਣੇ ਬਜ਼ੁਰਗਾਂ ਨੂੰ ਆਪਾਂ ਦੇਖਦੇ ਸੀ ਕਿ ਕੋਈ ਸ਼ੋਅ ਆਫ ਨਹੀਂ ਸੀ ਕਰਦਾ, ਖੱਦਰ ਦੇ ਕੱਪੜੇ ਪਾਉਂਦੇ ਸੀ, ਇੱਕੋ ਵਾਰੀ ਕੱਪੜੇ ਸਵਾਉਂਦੇ ਸੀ, ਹਾੜੀ ਸੌਣੀ ਤੇ ਤਾਂ ਸਾਰੇ ਟੱਬਰ ਖੁਸ਼ ਸੀ, 6-6 7-7 ਨਿਆਣੇ ਹੁੰਦੇ ਸੀ, ਸਾਰੇ ਬਿਲਕੁਲ ਵਧੀਆ ਇੱਕ ਖੁਸ਼ਹਾਲ ਜ਼ਿੰਦਗੀ ਜੀਂਦੇ ਸੀ। ਹੁਣ ਇੱਕ ਅੱਧਾ ਨਿਆਣਾ, ਇੱਕ ਦੋ ਨਿਆਣੇ ਮਸਾਂ, ਉਹ ਵੀ ਇਹਨਾਂ ਕੋ ਸਾਂਭਣੇ ਔਖੇ ਹੋਏ ਆ, ਪੜਾਉਣੇ ਔਖੇ ਹੋਏ ਆ। ਬਸ ਫੋਨ ਵੱਡੇ ਵੱਡੇ ਆਈਫੋਨ ਚਾਹੀਦੇ, ਬਾਈਕ ਚਾਹੀਦਾ, ਵਧੀਆ ਕੱਪੜੇ ਚਾਹੀਦੇ ਤੇ ਵਧੀਆ ਘਰ ਕੋਠੀ ਚਾਹੀਦੀ, ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਣੀ ਹੁਣ ਇਹਨਾਂ ਦੀ, ਮੈਨੂੰ ਲੱਗਦਾ ਆਪਣੇ ਇੰਡੀਆ ਦੀ। ਬਿਲਕੁਲ। ਮੈਂ ਤੁਹਾਨੂੰ ਰੋਜੀ ਇੱਕ ਗੱਲ ਦੱਸਦੀ ਆ, ਕੱਲ ਦੀ ਕਿ ਪਰਸੋਂ ਦੀ ਗੱਲ ਹੈ, ਫੇਸਬੁੱਕ ਦੇ ਉੱਪਰ ਕਿਸੇ ਮੇਰੇ ਵੀਰ ਨੇ ਕਿਸੇ ਦੀ ਪੋਸਟ ਸ਼ੇਅਰ ਕੀਤੀ ਸੀ, ਉਹਨੇ ਵੀ ਦੁੱਖ ਹੀ ਪ੍ਰਗਟ ਕੀਤਾ ਸੀ ਵੈਸੇ, ਕਿ ਆ ਦੇਖੋ ਕੀ ਹੋ ਰਿਹਾ। ਹੁਣ ਉਹ ਬੰਦਾ ਕੀ ਕਹਿ ਰਿਹਾ ਉਸ ਪੋਸਟ ਦੇ ਵਿੱਚ ਕਿ ਤੁਹਾਡੇ ਮਰੇ ਹੋਏ ਜਿਹੜੇ ਪਰਸਨ ਹੈਗੇ ਨੇ ਉਹਨਾਂ ਨੂੰ ਜਿੰਦਾ ਕੀਤਾ ਜਾ ਸਕਦਾ, ਮੈਂ ਗਾਰੰਟੀ ਨਾਲ ਜਿੰਦਾ ਕਰਦਾ। ਏਦਾਂ ਨਹੀਂ ਹੁੰਦਾ, ਮਹਾਰਾਜ ਨੇ ਇਹ ਚੀਜ਼ ਤਾਂ ਅਕਾਲ ਪੁਰਖ ਨੇ ਆਪਣੇ ਕੋ ਰੱਖੀ ਨਾ, ਮਹਾਰਾਜ ਨੇ। ਕਿ ਉਹ ਬੰਦੇ ਦਾ ਕਹਿਣਾ ਕੀ ਹੈ, ਰੋਜੀ ਪੂਰੀ ਗੱਲ ਸੁਣੋ, ਕਿ ਜੇ ਉਹ ਬੰਦਾ 24 ਘੰਟੇ ਦੇ ਵਿੱਚ ਆਕੜਨਾ, ਉਹਦੀ ਬੋਡੀ ਆਕੜਨਾ ਸ਼ੁਰੂ ਨਹੀਂ ਕਰਦੀ ਤਾਂ ਉਹਦੇ ਚਾਂਸ ਵੱਧ ਸਕਦੇ ਨੇ ਕਿ ਉਹ ਕੁਝ ਦੇਰ ਤੱਕ ਹੋਰ ਜਿੰਦਾ ਰਹਿ ਸਕਦਾ। ਇੱਕ ਨਾਰਮਲ ਬੰਦਾ ਹੈ, ਕੋਈ ਇਹ ਨਹੀਂ ਕਿ ਮੈਨੂੰ ਪੋਸਟ ਦੇ ਵਿੱਚ ਕਿਸੇ ਨੇ ਪਾਇਆ ਹੋਇਆ ਸੀਗਾ, ਹੁਣ ਇਸ ਵਕਤ ਮੇਰੇ ਕੋਲ ਪੋਸਟ ਨਹੀਂ, ਆਈ ਥਿੰਕ ਹੋਵੇਗੀ ਪਈ, ਕਿ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਵੈਸੇ ਇਸ ਤਰ੍ਹਾਂ ਦੇ ਲੋਕਾਂ ਤੇ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਕਿ ਤੁਸੀਂ ਸਾਇੰਸ ਨੂੰ ਔਰ ਭਗਵਾਨ ਨੂੰ ਵੀ ਚੈਲੰਜ ਕਰ ਰਹੇ ਹੋ, ਉਲਟਾ ਲੋਕਾਂ ਨੂੰ ਵਹਿਮਾਂ ਚ ਪਾ ਰਹੇ ਹੋ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਕਿ ਮੈਂ ਗਾਰੰਟੀ, ਕਹਿੰਦਾ ਮੈਨੂੰ ਕੰਟੈਕਟ ਕਰੋ, ਮੈਂ ਗਾਰੰਟਡ ਜਿੰਦਾ ਕਰਕੇ। ਉਹ ਭਾਈ ਤੁਸੀਂ ਜੇ ਇੰਨੇ ਭਗਵਾਨ ਲੱਗੇ, ਉਹ ਫਾਰਮਰ ਵਿਚਾਰੇ ਉੱਥੇ ਦਿੱਲੀ ਦੇ ਵਿੱਚ 2.5-3 ਮਹੀਨੇ ਤੋਂ ਵਿਚਾਰੇ ਪਰੇਸ਼ਾਨ ਹੋ ਗਏ ਆ, ਉੱਥੇ ਜਾ ਕੇ ਕਿਉਂ ਨਹੀਂ ਕੋਈ ਹੱਲ ਕਰਦੇ ਤੁਸੀਂ ਜੀ? ਜੇ ਲੱਖ ਮੰਗਦੇ ਤੇ ਮੈਂ ਉਹਨੂੰ 2 ਲੱਖ ਦੇਣੀ, ਮੈਂ ਕਹਿੰਦਾ ਜਦੋਂ ਲਿਆ ਤੇ ਮੈਨੂੰ ਉਹਦਾ ਨੰਬਰ ਨਹੀਂ ਦਿੱਤਾ ਹੋਇਆ ਸੀਗਾ, ਕਿਉਂਕਿ ਕਿਸੇ ਨੇ ਪੋਸਟ ਸ਼ੇਅਰ ਕੀਤੀ ਹੋਈ ਸੀ। ਭਾਈ ਮੈਂ ਤੈਨੂੰ ਦੇਣੀ ਆ 2 ਲੱਖ, ਤੂੰ ਜਾ ਕੇ ਮੋਦੀ ਸਾਹਿਬ ਨੂੰ ਸਮਝਾ ਜਾ ਕੇ ਵੀ ਸਾਡੇ ਫਾਰਮਰਾਂ ਦੇ ਸੁਣੇ ਪੁਕਾਰ ਤੇ ਆਪਣੇ ਕਾਨੂੰਨ ਰੱਦ ਕਰ। ਇਹ ਮਾੜੀ ਗੱਲ ਹੈਗੀ ਹੈ ਤਾਂ, ਕਿਉਂਕਿ ਦੇਖੋ ਜੀ ਜਿਹੜੇ ਉਹਨੂੰ ਫੋਲੋ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ। ਦੇਖੋ ਜੀ, ਦੇਖੋ ਮੈਂ ਤੁਹਾਨੂੰ ਦੱਸਦੀ ਹਾਂ, ਆਪਾਂ ਗਵਰਨਮੈਂਟ ਦੀ ਗੱਲ ਕਰਦੇ ਹਾਂ, ਗਵਰਨਮੈਂਟ ਨੂੰ ਤਾਂ ਖੁਦ ਨਹੀਂ ਪਤਾ ਵੀ ਅਸੀਂ ਕੀ ਕਰਨਾ, ਅਸੀਂ ਕੀ ਨਹੀਂ ਕਰਨਾ। ਆਪਾਂ ਪੜ੍ਹੇ ਲਿਖਿਆਂ ਦੀ ਗੱਲ ਕਰਦੇ ਸੀ ਕਿ ਐਲੀਜੀਬਿਲਟੀ ਜਿਹਦੀ ਬਣਦੀ ਉਹਨੂੰ ਜੌਬ ਦਿੱਤੀ ਜਾਵੇ, ਜਿਹੜਾ ਬੰਦਾ ਕੈਪੇਬਲ ਹੈਗਾ। ਇਹ ਤਾਂ ਆਪਣੇ ਗਵਰਨਮੈਂਟ ਦੇ ਦਾਇਰੇ ਤੇ ਇੰਨੇ ਵੱਡੇ ਪੱਧਰ ਤੇ ਉਹ ਲੋਕ ਬੈਠੇ ਨੇ ਮੇਰੇ ਖਿਆਲ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ, ਔਰ ਫਿਰ ਤਾਂ ਹੀ ਹੁਣ ਸਰਕਾਰ ਚੱਲ ਨਹੀਂ ਰਹੀ ਵਧੀਆ, ਤਾਂ ਹੀ ਹੁਣ ਇਹਦੀ ਪਬਲਿਕ ਸੜਕਾਂ ਤੇ ਫਿਰ ਰਹੀ ਆ। ਸਾਡੇ ਕਿਸਾਨ ਵਿਚਾਰੇ ਸੜਕਾਂ ਤੇ ਰੋਜ਼ ਸ਼ਹੀਦੀਆਂ ਦੇ ਰਹੇ ਨੇ, ਸਾਡੀਆਂ ਭੈਣਾਂ ਬੈਠੀਆਂ, ਬੱਚੇ ਬੈਠੇ ਛੋਟੇ ਛੋਟੇ, ਹੋਰ ਇੰਨੀ ਗਰੀਬੀ ਫੈਲ ਰਹੀ ਉੱਥੇ। ਔਰ ਸਾਡੀ ਇਹ ਤੁਸੀਂ ਆਪਣੀ ਗਵਰਨਮੈਂਟ ਤੋਂ ਹੀ ਹੋਣ ਵਾਲੀ ਤੋਂ ਦੇਖ ਲਓ, ਆਈਡੀਆ ਲਾ ਲਓ ਕਿ ਜੇ ਤੁਸੀਂ ਬਿਨਾਂ ਐਲੀਜੀਬਲ ਤੋਂ ਬੰਦੇ ਨੂੰ ਰੱਖੋਗੇ ਸੀਟ ਤੇ ਤਾਂ ਫਿਰ ਕੀ ਹੋਏਗਾ। ਆਪਣਾ ਵੱਡੀ ਐਗਜ਼ਾਮਪਲ ਤੇ ਆਪਣੇ ਸਾਹਮਣੇ ਹੈਗੀ ਹੁਣ, ਇਹ ਬਿਲਕੁਲ ਕੰਟਰੀ ਨੂੰ ਸੰਭਾਲ ਨਹੀਂ ਪਾ ਰਹੇ। ਬਿਲਕੁਲ ਉਹੀ ਨਾ, ਮੈਨੂੰ ਇਸ ਚੀਜ਼ ਦਾ ਬੜਾ ਹੀ ਇਸ ਚੀਜ਼ ਨੂੰ ਦੁੱਖ ਲੱਗਿਆ ਦੇਖ ਕੇ ਕਿ ਇਹ ਤੁਸੀਂ ਇਹ ਚੈਲੰਜ ਦਿੰਦੇ ਹੋ ਇੱਕ ਬੜੇ ਹੀ ਬਾਬੇ। ਉਹ ਤੁਸੀਂ ਦੇਖੋ ਹੁਣ ਤਾਂ ਥੋੜੀ ਸਟਾਪ ਹੋਇਆ ਪਿਆ, ਪਿੱਛੇ ਦੇਖੋ ਬਾਬੇ ਬੜੇ ਵੱਡੇ ਮਹਾਂਪੁਰਸ਼ ਬਣੇ ਫਿਰਦੇ ਆਪਣੇ ਆਪ ਨੂੰ, ਦੁਨੀਆ ਉਹਨਾਂ ਨੇ ਮਗਰ ਲਾਈ ਹੈ, ਏਸੀ ਗੱਡੀਆਂ 'ਚ ਘੁੰਮਦੇ ਆ, ਵੱਡੇ ਵੱਡੇ ਮਹਿਲ ਕਾਰਖਾਨੇ, ਬੂਟੀਆਂ ਬਣਾਉਂਦੇ ਫਿਰਦੇ ਆ, ਜਿਹੜੀਆਂ ਬੂਟੀਆਂ ਵੇਚਦੇ, ਪਤਾ ਨਹੀਂ ਕੀ ਬਾਬਿਆਂ ਨੇ ਰੁਜ਼ਗਾਰ ਸ਼ੁਰੂ ਕੀਤੇ ਹੋਏ। ਪਰ ਉਹਨਾਂ ਨੂੰ ਉਹਨਾਂ ਦੇ ਕੋਲ ਐਡੀ ਪਾਵਰ ਨਹੀਂ ਹੈ ਕਿ ਜਿਹੜੇ ਕਿਸਾਨ ਵੀਰ ਵਿਚਾਰੇ ਉੱਥੇ ਧਰਨੇ ਤੇ ਬੈਠੇ ਨੇ ਜਾ ਕੇ ਉਹਦਾ ਹੱਲ ਕਰ ਦੇਣ, ਜੋ ਇੰਨੀ ਸ਼ਕਤੀ ਵਾਲੇ ਨੇ। ਅੱਛਾ, ਸਾਡੀ ਬੇਵਕੂਫ ਜਨਤਾ ਵਿੱਚ ਅਸੀਂ ਵੀ ਆਨੇ, ਮੈਂ ਪੂਰੀ ਜਨਤਾ ਨੂੰ ਨਹੀਂ ਕਹਿੰਦੀ, ਉਹ ਉਹਨਾਂ ਲੋਕਾਂ ਦੇ ਪਿੱਛੇ ਲੱਗੇ ਕਿਉਂ ਬਈ? ਜੇ ਤੁਸੀਂ ਲੱਗੇ ਹੋ, ਤੁਸੀਂ ਸਮਝਦੇ ਹੋ ਬੜੇ ਮਹਾਂਪੁਰਸ਼ ਨੇ, ਤੁਹਾਨੂੰ ਸਭ ਕੁਝ। ਅੱਛਾ, ਮੈਂ ਇੱਕ ਰੋਜ਼ ਇੱਥੇ ਵੱਡੀ ਗੱਲ ਹੋਰ ਕਰਦੀ ਹਾਂ। ਕਈ ਪੇਸ਼ੈਂਟ ਜਿਹੜੇ ਬੜੇ ਵੱਡੇ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਕਿਹਾ ਕਿ ਕੋਈ ਚਾਂਸ ਨਹੀਂ ਨਾ, ਉਹਨਾਂ ਦੇ ਵੀ ਮੈਂ ਮੂੰਹੋਂ ਸੁਣਿਆ ਕਿ ਫਲਾਣੇ ਬਾਬੇ ਦੇ ਜਾ ਕੇ ਅਰਦਾਸ ਕਰਨੀ ਹੈ। ਉਹ ਕਹਿੰਦੇ ਨੇ ਕਿ ਉਹ ਬਾਬਾ ਕਹਿੰਦਾ ਮੈਂ ਤੁਹਾਨੂੰ ਗਾਰੰਟੀ ਨਾਲ ਠੀਕ ਕਰ ਦਿਆਂ। ਉਹ ਡਾਕਟਰ ਤਾਂ ਡਿਗਰੀਆਂ ਲੈ ਕੇ ਫੇਲ ਹੋ ਗਏ, ਤੇ ਬਾਬੇ ਜਿਹੜੇ ਨੇ ਅਨਪੜ੍ਹ ਉਹ ਫੂਕਾ ਮਾਰ ਕੇ ਉਹ ਕਾਬਲ ਸਿੱਧ ਹੋ ਗਏ। ਉਹ ਬਾਬੇ ਜਿਹੜੇ ਪਾਵਰ ਵਾਲੇ ਨੇ, ਉਹ ਬੰਦੇ ਦਾ ਕੈਂਸਰ ਦਾ ਟ੍ਰੀਟਮੈਂਟ ਕਰਦੇ ਪਏ ਆ, ਫੇਫੜਿਆਂ ਦਾ ਕਰਦੇ ਪਏ ਆ, ਪੱਥਰੀਆਂ ਜਾਦੂ ਦੇ ਨਾਲ ਬਾਹਰ ਕੱਢਦੇ ਫਿਰਦੇ ਆ, ਤੇ ਉਹ ਧਰਨੇ ਤੇ ਕੁਛ ਬੈਠੇ ਕਿਸਾਨਾਂ ਤੇ ਮੁਸ਼ਕਿਲ ਨਹੀਂ ਉਹਨਾਂ ਨੂੰ ਨਜ਼ਰ ਆਉਂਦੀ। ਦੇਖੋ ਜੀ, ਕੋਈ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਜੇ ਕੋਈ ਰੱਬ ਦੇ ਨੇੜੇ ਹੋ ਵੀ ਜਾਂਦਾ ਨਾ, ਉਹਨੂੰ ਪਿਆਰ ਕਰਨ ਵੀ ਲੱਗ ਜਾਂਦਾ ਤੇ ਅਕਾਲ ਪੁਰਖ ਵੀ ਪਿਆਰ ਕਰਨ ਲੱਗ ਜਾਂਦਾ, ਉਹ ਬੰਦਾ ਆਪਣੇ ਹੀ ਕਰਮਾਂ ਨੂੰ ਸਵਾਰ ਸਕਦਾ ਆ। ਤੇ ਉਹਦੇ ਕੋਲ ਇੰਨੀ ਪਾਵਰ ਜਿਹੜੀ ਆ
ਉਹ ਕਲਯੁਗ ਦੇ ਵਿੱਚ ਬਾਹਲੀ ਮੁਸ਼ਕਲ ਆ ਆਣੀ ਕਿ ਤੁਸੀਂ ਕਿਸੇ ਨੂੰ ਜਿੰਦਾ ਕਰ ਦੋ ਜਾਂ ਤੁਸੀਂ ਕਿਸੇ ਦੀ ਨਾਮ ਨਾਲ ਪੱਥਰੀ ਕੱਢ ਦਿਓ। ਮੇਰੇ ਖਿਆਲ ਇਹ ਔਖਾ ਹੈਗਾ ਆ, ਇਹ ਬਹੁਤ ਔਖਾ ਆ। ਤੁਸੀਂ ਮਾਲਕ ਨੂੰ ਕੋਈ ਬੰਦਾ ਜਿਹੜਾ ਬਹੁਤ ਨਜ਼ਦੀਕ ਹੋਏਗਾ ਉਹਨੂੰ ਤੇ ਬਿਲਕੁਲ ਸਮਝ ਆ ਜਾਏਗੀ ਕਿ ਇਹ ਇੰਨਾ ਸੌਖਾ ਖੇਲ ਨਹੀਂ ਹੈਗਾ ਕਿ ਵੀ ਤੁਸੀਂ ਮਿਸਯੂਜ਼ ਕਰ ਦੋ ਉਸ ਪਾਵਰ ਨੂੰ। ਤੁਹਾਡੇ ਕੋਲ ਇਦਾਂ ਦੀਆਂ ਗੱਲਾਂ ਆਉਂਦੀਆਂ ਹੀ ਨਹੀਂ ਜੀ, ਫਿਰ ਤਾਂ ਇਹ ਕਹਾਣੀ ਖਤਮ ਹੋ ਜਾਂਦੀ। ਜਦੋਂ ਮਾਲਕ ਦੇ ਨਜ਼ਦੀਕ ਹੋ ਜਾਂਦਾ ਨਾ ਬੰਦਾ, ਫਿਰ ਉਹਦੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਨਹੀਂ ਆਉਂਦੀਆਂ, ਉਹਦੇ ਦਿਮਾਗ 'ਚ ਖਿਆਲ ਹੀ ਨਹੀਂ ਆਉਂਦੇ ਇਦਾਂ ਦੇ ਕਿ ਮੈਂ ਪੁੱਠੇ ਸਿੱਧੇ ਕੰਮ ਕਰ ਦੇਵਾਂ। ਕੋਈ ਉਹ ਕਰ ਵੀ ਸਕਦਾ ਹੋਵੇ, ਉਹਨੂੰ ਲੱਗੇ ਵੀ ਕਿ ਮਾਲਕ ਮੇਰੀ ਸੁਣਦਾ, ਉਹ ਫਿਰ ਵੀ ਆਪਣੇ ਮਾਲਕ ਨੂੰ ਪਰਖਣਾ ਨਹੀਂ ਚਾਹੁੰਦਾ ਬੰਦਾ, ਫਿਰ ਵੀ ਪਰਖ 'ਚ ਨਹੀਂ ਪਾਏਗਾ ਕਦੀ। ਜਿਹੜਾ ਉਹਨੂੰ ਪਿਆਰ ਕਰਨ ਵਾਲਾ ਨਾ, ਉਹ ਕਦੀ ਉਸ ਅਕਾਲ ਪੁਰਖ ਨੂੰ ਪਰਖ ਵਿੱਚ ਨਹੀਂ ਪਾਉਂਦਾ ਕਿ ਮੈਨੂੰ ਉਹ ਕੰਮ ਕਰ ਜਿਹੜਾ ਕੰਮ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਉਹੀ। ਬਾਕੀ ਇਹ ਬਹੁਤ ਹੀ ਵੱਡੀਆਂ ਬੁਰਾਈਆਂ ਨੇ ਸਾਡੇ ਸਮਾਜ ਦੇ ਵਿੱਚ ਵੀ ਅਸੀਂ ਅੱਖੀ ਵੇਖ ਕੇ ਕਹਿੰਦੇ ਮੱਖੀ ਨਹੀਂ ਖਾਧੀ ਜਾਂਦੀ, ਪਰ ਅਸੀਂ ਖਾਂਦੇ ਪਏ ਆ ਜੀ। ਅਸੀਂ ਅੱਖੀ ਵੇਖ ਕੇ ਮੱਖੀ ਵੀ ਖਾਂਦੇ ਆ ਤੇ ਜ਼ਹਿਰ ਵੀ ਖਾਂਦੇ ਪਏ ਆ। ਤੇ ਇਹੋ ਜਿਹਾ ਜ਼ਹਿਰ ਜਿਹੜਾ ਅੰਦਰੋਂ ਅੰਦਰ ਸਾਡੇ ਸਮਾਜ ਨੂੰ ਕੱਟ ਕੇ ਖਾਈ ਜਾ ਰਿਹਾ। ਸੋ ਇਹ ਬਹੁਤ ਟੌਪਿਕ ਲੰਬਾ ਹੋ ਗਿਆ, ਆਏ ਤਾਂ ਅਸੀਂ ਘੱਟ ਟਾਈਮ ਲਈ ਸੀ, ਫਿਰ ਵੀ ਸਾਡਾ ਟਾਈਮ ਕਾਫੀ ਲੱਗ ਗਿਆ, ਜਿਹਦੇ ਵਿੱਚ ਮੈਂ ਇਸ ਪੂਰੀ ਆਪਣੀ ਕਨਵਰਸੇਸ਼ਨ ਦਾ ਐਂਡ ਕਰਦੀ ਹਾਂ ਇਹ ਕਹਿ ਕੇ ਕਿ ਪਹਿਲੀ ਗੱਲ ਅਸੀਂ ਸਮਾਨਤਾ ਦੀ ਕੀਤੀ ਸੀ। ਪਲੀਜ਼ ਸਾਰੇ ਇਕੱਠੇ ਹੋ ਕੇ ਇਹੀ ਕਰੋ ਕੋਸ਼ਿਸ਼ ਕਿ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ ਬੱਚਿਆਂ ਦੀ ਕਾਬਲੀਅਤ ਨੂੰ ਜਾਣਿਆ ਜਾਵੇ। ਭਾਰਤ ਇੱਕ ਸਮਾਨਤਾ ਪ੍ਰਧਾਨ ਦੇਸ਼ ਹੈ, ਇਹ ਸਿਰਫ ਪੜ੍ਹਨ ਵਾਲੀ ਲਾਈਨ ਨਾ ਰਹੇ। ਜੀ, ਕਾਨੂੰਨ ਇਦਾਂ ਦੇ ਬਣਨ ਕਿ ਉੱਚੀ ਵੱਡੀ ਨੀਵੀਂ ਜਾਤੀ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਰਾਖਵੇਂ ਰੁਖਵੇਂ ਸਭ ਖਤਮ ਕਰਕੇ ਇਹੋ ਜਿਹਾ ਰਾਖਵਾਂਕਰਨ ਕੀਤਾ ਜਾਏ ਕਿ ਜਿਹੜਾ ਬੱਚਾ ਹਾਈਐਸਟ ਨੰਬਰਾਂ ਨਾਲ ਪਾਸ ਹੋ ਰਿਹਾ ਹੈ ਜਾਂ ਉਹਦੇ ਵਿੱਚ ਬਹੁਤ ਹੀ ਹਾਈ ਲੈਵਲ ਦੀ ਕਾਬਲੀਅਤ ਹੈਗੀ ਹੈ ਬੱਚਾ ਬਹੁਤ, ਉਹਦਾ ਰਾਖਵਾ ਕੋਟਾ ਹੋ, ਜਾਂ ਕਿ ਜਾਤੀ ਦੇ ਆਧਾਰ ਤੇ ਕਿ ਕੋਈ ਬੰਦਾ SC ਹੈ BC ਹੈ ਉਹਨੂੰ ਆਪਾਂ ਦੇਣਾ ਭਾਵੇਂ ਉਹ ਕਾਬਲ ਹੈ ਜਾਂ ਨਹੀਂ, ਤੇ ਜਿਹੜਾ ਬੱਚਾ ਉੱਚ ਜਾਤੀ ਦਾ ਹੈਗਾ ਉਹ ਭਾਵੇਂ ਵਿਚਾਰਾ ਰੋਟੀ ਤੋਂ ਬਤਾ ਜਾਏ ਅਸੀਂ ਉਹਨੂੰ ਦੇਖਣਾ ਹੀ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ। ਖਤਮ ਕਰਕੇ ਕਾਨੂੰਨ ਜਿਹੜੇ ਨੇ ਰਾਖਵੇਂਕਰਨ ਜਿਹੜੇ ਹੈ ਨੇ ਰਾਖਵੇਂ ਕੋਟੇ ਇਹੋ ਜਿਹੇ ਲੋਕਾਂ ਦੇ ਬੱਚਿਆਂ ਦੇ ਰੱਖੋ ਜਿਹੜੇ ਕਾਬਲ ਨੇ, ਨਾ ਕਿ ਜਾਤ ਤੇ ਨਾ ਕਿ ਪੈਸਾ। ਜੀ, ਤਾਂ ਕਿ ਦੂਸਰੀ ਗੱਲ ਅਸੀਂ ਕੀਤੀ ਅੰਧ ਵਿਸ਼ਵਾਸਾਂ ਦੀ, ਤੇ ਜਿਹੜੇ ਮੈਸੇਜ ਭੇਜ ਕੇ ਅੰਧ ਵਿਸ਼ਵਾਸ ਇਦਾਂ ਦੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰੋ। ਇਹ ਬਾਬੇ ਬੂਬੇ ਖਤਮ ਕਰੋ। ਤੁਸੀਂ ਤਾਜ਼ਾ ਐਗਜ਼ਾਮਪਲ ਸਾਰੀ ਦੁਨੀਆ ਦੇ ਸਾਹਮਣੇ ਹੈ ਕਿ ਜੇ ਇਹਨਾਂ ਬਾਬਿਆਂ ਦੇ ਵਿੱਚ ਇੱਕ ਮਸਲਾ ਜਿਉਂਦਾ ਜਾਗਦਾ ਮਸਲਾ ਸਾਹਮਣੇ ਕਿਸਾਨਾਂ ਵਾਲਾ ਖੜਾ ਹੈ, ਉੱਥੇ ਕੋਈ ਆਪਣਾ ਹੱਥ ਜਮਾਈ ਨਹੀਂ ਕਰ ਸਕਦੇ, ਉੱਥੇ ਆਪਣੀ ਪਾਵਰ ਨਹੀਂ ਵਿਖਾ ਸਕਦੇ, ਤੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੈਂਸਰ ਦਾ, ਤੁਹਾਡੇ ਘਰ ਦੇ ਕਲੇਸ਼ ਦਾ, ਇਹ ਤੁਹਾਡੇ ਘਰ ਦੇ ਝਗੜਿਆਂ ਦਾ ਤੇ ਇਹ ਇਹਨਾਂ ਚੀਜ਼ਾਂ ਦਾ ਨਿਪਟਾਰਾ ਕਰਨਗੇ। ਹਾਊ ਇਜ਼ ਪੋਸੀਬਲ? ਸੋ ਉਹ ਵੀ ਰੋਟੀ ਕਮਾਉਣ ਲਈ ਬੈਠੇ ਨੇ, ਉਹਨਾਂ ਦੀ ਥੋੜਾ ਜਿਹਾ ਤੁਹਾਡੀ ਰੋਟੀ ਖਾ ਕੇ ਉਹਨਾਂ ਨੇ ਆਪਣੀ ਰੋਟੀ ਖਾਣੀ। ਗੱਲ ਠੀਕ ਹੈ ਨਾ ਰੋਜੀ? ਜੀ ਬਿਲਕੁਲ ਜੀ, ਹਨਾ? ਤੇ ਸਟਾਪ ਦੈਟ ਥਿੰਗ। ਇਹਨਾਂ ਬਾਬਿਆਂ ਦੇ ਪਿੱਛੇ ਲੱਗ ਕੇ ਕੁਛ ਨਹੀਂ ਪਿਆ। ਵਹਿਮਾਂ ਭਰਮਾਂ ਨੂੰ ਖਤਮ ਕਰੋ। ਫਾਸਟ ਵਾਲੀ ਗੱਲ ਮੈਂ ਕਹਿੰਦੀ ਆ ਕਿ ਵਿਗਿਆਨਿਕ ਇੱਕ ਉਹਦਾ ਹੈਗਾ ਤੱਥ ਜ਼ਰੂਰ ਕਿ ਇੱਕ ਦਿਨ ਅਗਰ ਤੁਸੀਂ ਹਫਤੇ ਦੇ ਵਿੱਚ ਫਾਸਟ ਰੱਖਦੇ ਹੋ ਤਾਂ ਤੁਹਾਡੀ ਬੋਡੀ ਜਿਹੜੀ ਹੈ ਰਿਫਰੈਸ਼ ਹੋ ਜਾਂਦੀ ਹੈ, ਕਲੀਨ ਹੋ ਜਾਂਦਾ ਅੰਦਰਲਾ ਸਿਸਟਮ। ਦੈਟ ਇਜ਼, ਅਦਰਵਾਈਜ਼ ਕੋਈ ਇਹਦੇ ਨਾਲ ਕੋਈ ਤੱਥ ਨਹੀਂ ਜੁੜਿਆ। ਮੰਗਲਵਾਰ ਕੱਪੜੇ ਨਹੀਂ ਧੋਣੇ, ਵੀਰਵਾਰ ਸਿਰ ਨਹੀਂ ਧੋਣਾ, ਸ਼ਨੀਵਾਰ ਨੂੰ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਉਹ ਭਾਈ ਵੀਰੋ, ਇੱਕ ਸਿਆਣਿਆਂ ਦੇ ਪਿੱਛੇ ਜਾ ਕੇ ਦੇਖਿਓ ਕਿਸੇ ਬਜ਼ੁਰਗਾਂ ਦੇ ਜਿਹੜੇ ਕਿੱਸੇ ਲਿਖੇ ਹੋਏ ਨੇ, ਕਿਤਾਬਾਂ ਲਿਖੀਆਂ ਹੋਏ ਨੇ, ਇਹ ਰੈਸਟਿੰਗ ਡੇ ਨੇ, ਨਾ ਕਿ ਇਹਨਾਂ ਨੂੰ ਕਿਸੇ ਵਹਿਮਾਂ ਭਰਮਾਂ ਦੇ ਨਾਲ ਜੋੜੋ। ਤੁਸੀਂ ਬੋਡੀ ਨੂੰ ਰੈਸਟ ਦੇਣਾ ਚਾਹੁੰਦੇ, ਨਹੀਂ ਕੰਮ ਕਰਨਾ ਚਾਹੁੰਦੇ, ਕਹਿ ਦਿਓ ਜੀ ਅੱਜ ਨਹੀਂ ਕਰਨਾ, ਜ਼ਰੂਰੀ ਹੈ ਤੇ ਕਰੋ, ਕੁਛ ਨਹੀਂ ਹੁੰਦਾ ਉਹਦੇ ਨਾਲ, ਕੋਈ ਤੁਹਾਡੇ ਕੋਲ ਕੁਛ ਜਾਂਦਾ ਨਹੀਂ ਹੈਗਾ, ਆਂਦਾ ਹੀ ਹੈ। ਸੋ ਇਹਨਾਂ ਚੀਜ਼ਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹੋ, ਅੰਧ ਵਿਸ਼ਵਾਸ ਨੂੰ ਖਤਮ ਕਰੋ। ਜੀ ਬਾਬਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਮੈਂ, ਜੇ ਸਾਡਾ ਪ੍ਰੋਗਰਾਮ ਦੇਖਦੇ ਹੋਣ ਤਾਂ। ਹਾਂ ਬਿਲਕੁਲ, ਬਾਬਿਆਂ ਨੂੰ ਦੇਖੋਗੇ ਆਪਣੇ ਗਰੁੱਪ ਦੇ ਵਿੱਚ ਬੜੇ ਬਾਬੇ ਆਂਦੇ ਆ, ਪਤੀ ਕੋ ਵਸ਼ ਮੇ ਕਰੇ, ਪ੍ਰੇਮੀ ਪ੍ਰੇਮਿਕਾ ਕਾ ਮਿਲਨ ਕਰਾਏ। ਬਾਬਿਆਂ ਨੂੰ ਮੇਰਾ ਇੱਕ ਸੁਝਾਅ ਹੈਗਾ ਆ ਕਿ ਬਈ, ਬਾਬੇ ਤਾਂ ਮੈਂ ਨਹੀਂ ਕਹੂੰਗੀ, ਖੈਰ ਚਲੋ ਜੇ ਵੀ ਲੋਕ ਏਦਾਂ ਅੰਧ ਵਿਸ਼ਵਾਸ ਚ ਪਾਉਂਦੇ ਨੇ ਲੋਕਾਂ ਨੂੰ, ਉਹਨਾਂ ਨੂੰ ਮੇਰਾ ਸੁਝਾਅ ਹੈਗਾ ਕਿ ਜਿੰਨੀ ਤੁਸੀਂ ਆਪਣੀ એનર્ਜੀ ਆਪਣਾ ਟਾਈਮ ਇਹ ਗਲਤ ਪਾਸੇ ਲਾਉਣ ਤੇ ਲੋਕਾਂ ਨੂੰ ਲਾਉਂਦੇ ਹੋ ਨਾ, ਤੁਸੀਂ ਉਨੀ એનર્ਜੀ ਆਪਣੀ, ਉਹਨਾਂ ਟਾਈਮ ਆਪਣਾ ਸੱਚਮੁੱਚ ਉਸ ਅਕਾਲ ਪੁਰਖ ਨੂੰ ਯਾਦ ਕਰਨ ਦੇ ਵਿੱਚ ਲਾ ਦਿਓ। ਬਿਲਕੁਲ। ਤੇ ਇਸ ਤੋਂ ਕਿਤੇ ਤੁਹਾਨੂੰ ਜਿੰਨਾ ਤੁਸੀਂ ਉਮੀਦ ਰੱਖਦੇ ਹੋ ਨਾ ਕਿ ਅਸੀਂ ਇਹ ਗਲਤ ਪਾਸੇ ਲਾ ਕੇ ਵਹਿਮਾਂ ਭਰਮਾਂ ਚ ਪਾ ਕੇ ਕੁਝ ਕਮਾ ਸਕਦੇ ਹਾਂ, ਉਹ ਤਾਂ ਸਭ ਇਸ ਤੋਂ ਡਬਲ ਟ੍ਰਿਪਲ ਤੁਹਾਡੇ ਪਿੱਛੇ ਫਿਰੇਗਾ ਸਾਰਾ ਕੁਝ। ਪਿੱਛੇ ਫਿਰੇਗਾ। ਕਰਕੇ ਦੇਖੋ, ਤੁਸੀਂ ਜੇ ਹੁਣ ਵੀ ਛੱਡਣਾ ਚਾਹੁੰਦੇ ਹੋ
ਤੇ ਇੱਕ ਵਾਰੀ ਇਸ ਚੀਜ਼ ਨੂੰ ਛੱਡ ਕੇ ਦੇਖੋ ਕਿ ਮਾਲਕ ਅੱਜ ਤੋਂ ਬਾਅਦ ਜੋ ਮੇਰੇ ਕੋ ਹੋ ਗਿਆ, ਮੈਨੂੰ ਮੇਰੇ ਗੁਨਾਹ ਮਾਫ, ਅੱਜ ਤੋਂ ਬਾਅਦ ਮੈਨੂੰ ਇਹ ਕਰਨ ਦਾ ਕਦੇ ਮੇਰੇ ਦਿਮਾਗ 'ਚ ਖਿਆਲ ਨਾ ਲਿਆਈ, ਤੇ ਜੋ ਤੇਰੀ ਰਜ਼ਾ। ਤੇ ਤੁਸੀਂ ਕਹਿ ਕੇ ਦੇਖੋ ਤੇ ਫਿਰ ਦੇਖੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਦਾ, ਤੇ ਤੁਸੀਂ ਖੁਦ ਹੀ ਕਹੋਗੇ ਕਿ ਬਹੁਤ ਚੰਗਾ ਸੁਝਾਅ ਕਿਸੇ ਨੇ ਦਿੱਤਾ ਸੀ। ਬਿਲਕੁਲ ਰੋਜੀ, ਤੇ ਅਮਲ ਕਰੋ। ਬਿਲਕੁਲ ਬਹੁਤ ਸੋਹਣੀ ਗੱਲ ਕਹੀ ਤੁਸੀਂ। ਹੁਣ ਤੁਸੀਂ ਦੇਖੋ ਗੁਲਾਬ ਦੇ ਨਾਲ ਵੀ ਕੰਡੇ ਹੈ, ਕਿੰਨਾ ਸੋਹਣਾ ਗੁਲਾਬ। ਦੁੱਖ ਦੇ ਨਾਲ ਸੁੱਖ ਉਸੇ ਤਰ੍ਹਾਂ ਹੀ ਜੁੜਿਆ ਹੋਇਆ, ਜਿਵੇਂ ਦਿਨ ਦੇ ਰਾਤ। ਜੇ ਅੱਛਾ ਦੁੱਖ ਜਾਂਦੇ ਜਾਂਦੇ ਗੱਲ ਲੰਬੀ ਹੋ ਗਈ, ਜੇ ਦੁੱਖ ਨਹੀਂ ਹੋਏਗਾ ਨਾ ਤੇ ਸੁੱਖ ਦਾ ਅਹਿਸਾਸ ਹੀ ਨਹੀਂ ਹੋਏਗਾ ਜੀ। ਬਿਲਕੁਲ ਹੈ ਨਾ। ਜਦੋਂ ਆਪਾਂ ਨੂੰ ਭੁੱਖ ਹੀ ਨਹੀਂ ਲੱਗੀ ਨਾ ਤੇ ਆਪਣੇ ਸਾਹਮਣੇ ਭਾਵੇਂ ਲੱਖਾਂ ਪਕਵਾਨ ਪਏ ਹੋਣ ਤੇ ਸਾਨੂੰ ਚੰਗੇ ਹੀ ਨਹੀਂ ਲੱਗਦੇ। ਬਿਲਕੁਲ ਹਰ ਚੀਜ਼ ਦੇ ਲਈ ਦਿਨ ਦੇ ਲਈ ਰਾਤ ਜ਼ਰੂਰੀ ਹੈ। ਅਗਰ ਰਾਤ ਨਹੀਂ ਹੋਏਗੀ ਤੇ ਸਾਡੀ ਬੋਡੀ ਤਾਂ ਕੰਮ ਕਰ ਕਰਕੇ ਮੈਂ ਕਹਿੰਦੀ ਹਾਂ ਕਿ ਕਬਾੜਾ ਹੋ ਜਾਏਗੀ। ਦੁੱਖ ਤੁਹਾਡੀ ਸੋਚ ਹੈ ਜੀ, ਅੱਧਿਓਂ ਜ਼ਿਆਦਾ ਤੇ 90% ਤੁਹਾਡੀ ਸੋਚ ਨੇ, ਤੁਹਾਡੇ ਵਿਚਾਰਾਂ ਨੇ ਤੁਹਾਨੂੰ ਦੁਖੀ ਕੀਤਾ ਹੋਇਆ ਆ। ਬਿਲਕੁਲ ਬਿਲਕੁਲ, ਇਹੀ ਸੋਚ ਕੇ ਕਿ ਫਲਾਣੇ ਦੇ ਕੋਲ ਮੇਰੇ ਨਾਲੋਂ ਜ਼ਿਆਦਾ ਕਿਉਂ ਹੈ, ਫਲਾਣਾ ਮੇਰੇ ਤੋਂ ਉੱਚੀ ਪਹੁੰਚ ਕਿਉਂ ਰੱਖਦਾ, ਫਲਾਣੇ ਨੇ ਨਵੀਂ ਗੱਡੀ ਕਿੱਦਾਂ ਲੈ ਲਈ, ਫਲਾਣੇ ਦੇ ਇਸ ਤਰ੍ਹਾਂ ਹੋ। ਔਰ ਫਲਾਣੇ ਬਾਰੇ ਸੋਚ ਕੇ ਹੀ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ, ਤੇ ਉਹੀ ਦੁੱਖ ਜਿਹੜੇ ਨੇ ਸਾਡੀ ਬੋਡੀ ਸਿਸਟਮ ਦੇ ਵਿੱਚ ਇਸ ਤਰ੍ਹਾਂ ਸੈੱਟ ਹੋ ਜਾਂਦੇ ਨੇ ਕਿ ਡਿਪਰੈਸ਼ਨ ਜੀ, ਸਟ੍ਰੈਸ, ਬਲੱਡ ਪ੍ਰੈਸ਼ਰ, ਇਦਾਂ ਦੀ ਜਿਹੜੀਆਂ ਪ੍ਰੋਬਲਮਸ ਨੇ ਉਹ ਪੈਦਾ ਹੋ ਜਾਂਦੀਆਂ ਨੇ। ਉਹਨਾਂ ਪ੍ਰੋਬਲਮਸ ਦੇ ਪੈਦਾ ਹੋਣ ਦੇ ਨਾਲ ਸਾਡੇ ਅੰਦਰ ਹੋਰ ਕਈ ਤਰ੍ਹਾਂ ਦੀ ਪ੍ਰੋਬਲਮਸ ਪੈਦਾ ਹੋ ਜਾਂਦੀਆਂ ਨੇ। ਸੋ ਅਸੀਂ ਅਗਰ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਾਂਗੇ, ਲੋਕਾਂ ਨੂੰ ਵੇਖ ਕੇ ਖੁਸ਼ ਹੋਵਾਂਗੇ, ਆਪਣਾ ਖੂਨ ਨਹੀਂ ਸਾੜਾਂਗੇ, ਖੂਨ ਵਧਾਵਾਂਗੇ, ਤੇ ਨਾ ਸਾਨੂੰ ਨਕਲੀ ਖੂਨ ਦੀ ਜ਼ਰੂਰਤ ਪਏਗੀ ਤੇ ਨਾ ਹੀ ਸਾਨੂੰ ਦਵਾਈਆਂ ਦੀ ਜ਼ਰੂਰਤ ਪਏਗੀ। ਸੋ ਰੋਜੀ ਦੇ ਬਹੁਤ ਸੋਹਣਾ, ਰੋਜੀ ਥੈਂਕ ਯੂ ਸੋ ਮਚ, ਤੁਸੀਂ ਬਹੁਤ ਸੋਹਣੀਆਂ ਕੀਤੀਆਂ, ਬਹੁਤ ਸੋਹਣੇ ਸੁਝਾਅ ਦਿੱਤੇ। ਤੇ ਸਾਰਿਆਂ ਅੱਗੇ ਰਿਕੁਐਸਟ ਹੈ ਕਿ ਪ੍ਰੋਗਰਾਮ ਜੇ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਮਸਟ ਸ਼ੇਅਰ, ਤਾਂ ਕਿ ਹੋਰ ਲੋਕੀ ਵੀ ਸੁਣ ਸਕਣ, ਤੇ ਜਿਹੜੇ ਸੁਣ ਰਹੇ ਨੇ ਤੇ ਜਿਹੜੇ ਸੁਣ ਕੇ ਚਲੇ ਗਏ ਆ ਤੇ ਜਿਹੜੇ ਬਾਅਦ ਚ ਵੀ ਸੁਣਨਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਫਿਰ ਸਾਡੇ ਦੋਵਾਂ ਵੱਲੋਂ ਰਿਕੁਐਸਟ ਹੈ ਕਿ ਅੰਧ ਵਿਸ਼ਵਾਸ, ਫੋਕੇ, ਵਹਿਮ ਭਰਮ, ਬਾਬਾਵਾਦ, ਇਹਨਾਂ ਸਭ ਨੂੰ ਖਤਮ ਕਰੋ ਜੀ। ਤੇ ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਵੀਰ ਜੀ, ਅਸੀਂ ਪੰਜਾਬੀ ਹਾਂ ਤੇ ਪੰਜਾਬੀ ਹੀ ਬੋਲਣੀ ਹੈ। ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਬਹੁਤ ਮਿੱਠੀ ਬੋਲੀ ਹੈ। ਸੋ ਇਹਨਾਂ ਚੀਜ਼ਾਂ ਨੂੰ ਖਤਮ ਕਰੋ। ਤੇ ਦੂਜੀ ਗੱਲ, ਗਵਰਨਮੈਂਟ ਨੂੰ ਇੱਕ ਅਗਰ ਕੋਈ ਵੀ ਗਵਰਨਮੈਂਟ EMPLOYE ਹੈ ਤਾਂ ਪਲੀਜ਼ ਇਦਾਂ ਦੀ ਕੋਸ਼ਿਸ਼ ਕਰੋ ਕਿ ਜਿਹੜੇ ਇਹ ਰਾਖਵੇਂ ਕੋਟੇ ਨੇ ਇਹ ਨਾ ਜਾਤਾਂ ਤੇ ਧਰਮਾਂ ਦੇ ਆਧਾਰ ਤੇ ਨਾ ਹੋਣ, ਇਹ ਹੋਣ ਬੱਚੇ ਦੀ ਕਾਬਲੀਅਤ ਦੇ ਆਧਾਰ ਤੇ। ਤੇ ਇਸੇ ਦੇ ਨਾਲ ਹੀ ਅਸੀਂ ਆਪਣਾ ਇਹ ਪ੍ਰੋਗਰਾਮ ਖਤਮ ਕਰਦੇ ਹਾਂ। ਅੱਧੇ ਘੰਟੇ ਤੋਂ ਲੈ ਕੇ ਸਾਡਾ 1 ਘੰਟੇ ਤੱਕ ਪ੍ਰੋਗਰਾਮ ਚਲਾ ਗਿਆ, ਤੇ ਬਹੁਤ ਧੰਨਵਾਦ। ਥੈਂਕ ਯੂ ਰੋਜੀ, ਥੈਂਕ ਯੂ ਸੋ ਮਚ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com।